वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਅਸ਼ਟਮ ਬਲਬੀਰਾ ਜੀਵਨੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 31। ਭਾਗ ਦੂਜਾ। ਪ੍ਰਕਾਸ਼ ਤੇ ਮੁੱਢਲੇ ਸਾਲ। 8ਵੇਂ ਪਾਤਸ਼ਾਹ ਦਾ ਪ੍ਰਕਾਸ਼ 7 ਜੁਲਾਈ ਸਨ 1656 ਨੂੰ ਕੀਰਤਪੁਰ ਸ਼ੀਸ਼ ਮਹਿਲ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ ਹੋਇਆ। ਮਾਤਾ ਕ੍ਰਿਸ਼ਨ ਕੌਰ ਜੀ ਨੂੰ ਕੋਟ ਕਲਿਆਣੀ ਅਤੇ ਸੁਲੱਖਣੀ ਨਾਵਾਂ ਨਾਲ ਯਾਦ ਕੀਤਾ ਜਾਂਦਾ ਸੀ। ਹਰੀ ਰਾਮ ਗੁਪਤਾ ਦਾ ਹਿਸਟਰੀ ਆਫ ਸਿੱਖ ਗੁਰੂਜ਼ ਵਿੱਚ ਮਹਾਰਾਜ ਦਾ ਪ੍ਰਕਾਸ਼ ਨਾਹਣ ਵਿਖੇ ਹੋਇਆ ਲਿਖਣਾ ਨਿਰਮੂਲ ਅਤੇ ਨਿਰਾਧਾਰ ਹੈ। ਹਰੀ ਰਾਮ ਗੁਪਤਾ ਐਸਾ ਇਤਿਹਾਸਕਾਰ ਹੈ ਜੋ ਗੁਰੂ ਸਾਹਿਬਾਨ ਦਾ ਇਤਿਹਾਸ ਲਿਖਦੇ ਲਿਖਦੇ ਥਾਂ ਥਾਂ ਮਨ ਘੜਤ ਗੱਲਾਂ ਅਤੇ ਉਂਝਾਂ ਲਗਾਈ ਜਾਂਦਾ ਹੈ। ਗੁਰੂ ਹਰਗੋਬਿੰਦ ਜੀ ਬਾਰੇ ਸਾਰ ਦਿੰਦੇ ਇਸੇ ਪੁਸਤਕ ਵਿੱਚ ਬੜੀ ਨਿਰਲੱਜਤਾ ਨਾਲ ਲਿਖਦਾ ਹੈ ਕਿ ਜਹਾਂਗੀਰ ਹੇਠਾਂ ਉੱਚਾ ਮਰਾਤਬਾ ਪਾ ਕੇ ਗੁਰੂ ਹਰਗੋਬਿੰਦ ਜੀ ਨੇ ਡਿਪਲੋਮੇਸੀ ਅਤੇ ਰਾਜਨੀਤਿਕ ਉਦਾਰਤਾ ਦੇ ਕਮਾਲ ਦਾ ਪ੍ਰਮਾਣ ਦਿੱਤਾ। 6ਵੇਂ ਪਾਤਸ਼ਾਹ ਜੀ ਦੀ ਮਹਾਨ ਸ਼ਖਸੀਅਤ ਨੂੰ ਛੁਟਾਉਣਾ ਹੀ ਲੋੜਦਾ ਸੀ। ਇਸੇ ਲਈ ਮੱਕਾ ਵਿਖੇ ਗੁਰੂ ਨਾਨਕ ਦਾ ਮੁਰਸ਼ਦ ਮਰਦਾਨਾ ਬਣਾ ਦਿੱਤਾ ਸੀ। ਸਭ ਪੁਰਾਤਨ ਗੁਰਪ੍ਰਣਾਲੀਆਂ ਅਤੇ ਇਤਿਹਾਸਕਾਰਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਰਤਪੁਰ ਹੀ ਲਿਖਿਆ ਹੈ। ਮਹਾਨ ਕੋਸ਼ ਦੇ ਕਰਤਾ ਨੇ ਕੀਰਤਪੁਰ ਦੇ ਪਵਿੱਤਰ ਨਗਰ ਵਿੱਚ ਗੁਰਦੁਆਰਿਆਂ ਦੇ ਨਾਂ ਹੇਠਾਂ ਪਹਿਲਾਂ ਹੀ ਸ਼ੀਸ਼ ਮਹਿਲ ਲਿਖਿਆ ਹੈ, ਜੋ ਆਬਾਦੀ ਦੇ ਵਿਚਕਾਰ ਸਤਿਗੁਰਾਂ ਦਾ ਨਿਵਾਸ ਸਥਾਨ ਤੇ ਮਕਾਨ ਸੀ। ਇਹਨਾਂ ਮਹਿਲਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੰਮਤ 1391 ਵਿੱਚ ਆਏ ਅਤੇ ਅੰਤ ਸਮੇਂ ਤੱਕ ਇੱਥੇ ਹੀ ਰਹੇ। ਸ਼੍ਰੀ ਗੁਰੂ ਹਰਿਰਾਏ ਸਾਹਿਬ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਇਨ੍ਹਾਂ ਹੀ ਮਹਿਲਾਂ ਵਿੱਚ ਹੋਇਆ ਸੀ। ਪੰਡਿਤ ਤਾਰਾ ਸਿੰਘ ਨਰੋਤਮ ਅਤੇ ਗਿਆਨੀ ਠਾਕੁਰ ਸਿੰਘ ਜੀ ਨੇ ਗੁਰਦੁਆਰਾ ਦਰਸ਼ਨ ਵਿੱਚ ਸਪਸ਼ਟ ਲਿਖਿਆ ਹੈ ਕਿ ਗੁਰਦੁਆਰਾ ਜਨਮ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਕੀਰਤਪੁਰ ਵਿੱਚ ਮਾਤਾ ਜੀ ਕ੍ਰਿਸ਼ਨ ਕੌਰ ਜੀ ਪਿਤਾ ਸ਼੍ਰੀ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਘਰ ਜਗਤ ਉਦਾਹਰਨ ਕਰਨ ਕਾਰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸੰਮਤ 1713 ਮਹੀਨਾ ਸਾਵਣ ਦਿਨ 10 ਇੱਕ ਪਹਿਰ ਦਿਨ ਚੜ੍ਹੇ ਅਵਤਾਰ ਲਿਆ। ਗਿਆਨੀ ਗਿਆਨ ਸਿੰਘ ਜੀ ਨੇ ਕੀਰਤਪੁਰ ਪ੍ਰਗਟ ਹੋਏ ਲਿਖਿਆ। ਕਵੀ ਗੁਲਾਬ ਸਿੰਘ ਕਿਰਤ ਗੁਰਪ੍ਰਣਾਲੀ ਵਿੱਚ ਵੀ ਇਹ ਹੀ ਲਿਖਿਆ ਹੈ ਕਿ ਕੀਰਤਪੁਰ ਵਿਖੇ ਹੀ ਗੁਰੂ ਹਰਿਰਾਏ ਜੀ ਦੇ ਘਰ ਕ੍ਰਿਸ਼ਨ ਕੌਰ ਦੀ ਕੁੱਖੋਂ ਪ੍ਰਕਾਸ਼ ਹੋਇਆ। ਜਨਨੀ ਕ੍ਰਿਸ਼ਨ ਕੌਰ ਗੁਰੂ ਹਰਿਰਾਏ ਘਰ ਤਿਨਕੇ ਉਦਾਰ ਪੁਰ ਕਿਰਤ ਮੈਂ ਜਾਣੀਆ। ਗੁਰੂ ਹਰਿਰਾਏ ਜੀ ਨੇ ਬਾਲਕ ਦੇ ਜਨਮ ਸਮੇਂ ਹੀ ਫਰਮਾਇਆ ਸੀ ਕਿ ਜੋ ਇਹ ਕਾਰਜ ਕਰਨਗੇ ਹੋਰ ਕੋਈ ਨਹੀਂ ਕਰ ਸਕੇਗਾ। ਗੁਰੂ ਹਰਕ੍ਰਿਸ਼ਨ ਜੀ ਦਾ ਚਿਹਰਾ ਕੋਮਲ ਅਤੇ ਮਨਮੋਹਣਾ ਸੀ। ਦੇਖਣ ਵਾਲਾ ਖਿੱਚਿਆ ਹੀ ਤੁਰਾ ਆਉਂਦਾ ਸੀ। ਤੇਜ ਝੱਲਿਆ ਨਹੀਂ ਸੀ ਜਾਂਦਾ। ਮਹਿਮਾ ਪ੍ਰਕਾਸ਼ ਨੇ ਅਦਭੁਤ ਸੁੰਦਰ ਰੂਪ ਧਰ ਲਿਖਿਆ ਹੈ ਤੇ ਪ੍ਰਸਿੱਧ ਹਿੰਦੀ ਕਵੀ ਕੇਸ਼ਵ ਦਾਸ ਜਿਸ ਬਾਰੇ ਅਖੌਤ ਹੈ, ਸੂਰ ਸੂਰ ਤੁਲਸੀ ਸ਼ਸ਼ੀ ਉੱਡਗਣ ਕੇਸ਼ੋ ਦਾਸ, ਜੋ ਆਪੂ ਗੁਰੂ ਅਰਜਨ ਦੀ ਸ਼ਰਨ ਆਇਆ ਸੀ ਅਤੇ ਪਿੱਛੋਂ ਇਸ ਦੇ ਪੁੱਤਰ ਕੁਵਦੇਸ਼ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਲਈ ਅਤੇ ਦਰਬਾਰੀ ਕਵੀ ਬਣਿਆ, ਨੇ ਲਿਖਿਆ ਹੈ ਕਿ ਗੁਰੂ ਹਰਕ੍ਰਿਸ਼ਨ ਵੱਲ ਡਿੱਠਿਆਂ ਤ੍ਰਿਸ਼ਨਾ ਮੁੱਕ ਜਾਂਦੀ ਹੈ। ਗੁਰ ਅਤ੍ਰਿਸ਼ਨ ਗੁਰੂ ਹਰਕ੍ਰਿਸ਼ਨ। ਸੰਤ ਨਰੈਣ ਸਿੰਘ ਜੀ ਨੇ ਬਦਨ ਜਾਂ ਮਦਨ ਸਮ ਲਿਖਿਆ ਹੈ। ਕਵੀ ਸੌਂਦਾ ਜੀ ਨੇ ਗੁਰੂ ਹਰਕ੍ਰਿਸ਼ਨ 8ਵੇਂ ਮਹਿਲ ਹਰ ਸਮ ਸੁੰਦਰ ਰੂਪ ਅਤੇ ਰਵ ਸਮ ਤੇਜ ਅਨੂਪ ਕਹਿ ਕੇ ਉਪਮਾ ਗਾਈ ਹੈ। ਗੁਰੂ ਹਰਿਰਾਏ ਜੀ ਦੀ ਨਿਗਰਾਨੀ ਹੇਠਾਂ ਹੀ ਆਪ ਜੀ ਪਲ ਰਹੇ ਸਨ। ਧੀਰ ਜੀ ਸੁਭਾਅ ਦੇ ਸਨ। ਰਤਾਕੂ ਬੈਠਣ ਜੋਗੇ ਹੋਏ ਤਾਂ ਚੌਕੜਾ ਮਾਰ ਕੇ ਬੈਠਦੇ ਅਤੇ ਕੀਰਤਨ ਸੁਣਦੇ ਅਤੇ ਪਾਠ ਹੁੰਦੇ ਟਿਕੇ ਰਹਿੰਦੇ। ਅੱਖਰੀ ਵਿੱਦਿਆ ਛੇਤੀ ਹੀ ਪਾ ਲਈ। ਪਾਠ ਬੜੀ ਲੈਅ ਨਾਲ ਕਰਦੇ। ਇਤਨੀ ਮਿੱਠੀ ਸੁਰ ਵਿੱਚ ਪਾਠ ਕਰਦੇ ਕਿ ਪੰਖੀ ਵੀ ਪਰਵਾਜ਼ ਰੋਕ ਲੈਂਦੇ। ਸਰੀਰ ਦੇ ਸ਼ੋਲੇ ਸਨ, ਸੁਭਾਅ ਦੇ ਸ਼ੀਲ। ਖੇਡਾਂ ਵੀ ਅਜਿਹੀਆਂ ਖੇਡਦੇ ਜਿਨ੍ਹਾਂ ਤੋਂ ਜੁਰਤ ਅਤੇ ਨਿਰਭੈਤਾ ਪ੍ਰਗਟ ਹੋਵੇ। ਆਪਣੇ ਹੱਥੀਂ ਸੇਵਾ ਕਰਦੇ ਅਤੇ ਪ੍ਰਸ਼ਾਦ ਛਕਾ ਕੇ ਬਹੁਤ ਪ੍ਰਸੰਨ ਹੁੰਦੇ। ਸੰਗਤਾਂ ਵੀ ਲਾਡ ਲਡਾਉਂਦੀਆਂ। ਮਾਤਾ ਜੀ ਤਾਂ ਚਾਅ ਵਿੱਚ ਮਿਉਂਦੇ ਹੀ ਨਾ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਲੀਲਾ ਕਰੇ ਸੰਗਤ ਸਭ ਮੇਲ, ਜਿਮ ਰਾਮ ਚੰਦ ਦਸਰਥ ਘਰ ਕੇਲ। ਸ਼੍ਰੀ ਮਾਤਾ ਜੀ 100 ਲਾਡ ਲਡਾਵੇ, ਜਿਉ ਰਾਮ ਕੁਸ਼ਲਿਆ ਚਲਤ ਦਿਖਾਵੇ। ਨੈਣ ਕਮਲ ਵਰਗੇ ਅਤੇ ਸ਼ਬ ਬਹੁਤ ਹੀ ਸੁੰਦਰ ਬਣ ਗਈ ਸੀ। ਦੇਖਦੇ ਤਾਂ ਕਿਰਪਾ ਕਰਦੇ ਲੱਗਦੇ। ਮੱਤ ਡੂੰਘੀ ਅਤੇ
ਮੱਥਾ ਚੌੜਾ ਸੀ। ਚਿਹਰੇ ਤੇ ਜਦ ਪਾਵਨ ਕੇਸਾਂ ਦੀ ਲੱਟ ਡਿੱਗਦੀ ਤਾਂ ਇੰਜ ਲੱਗਦਾ ਕਿ ਗੰਗਾ ਜਮਨਾ ਨੂੰ ਛੋਹ ਕੇ ਪਰੇ ਜਾ ਰਹੀ ਹੈ। ਨਾਮ ਨਿਸ਼ਾਨ ਨਾਲ ਮੱਥਾ ਸਦਾ ਚਮਕਦਾ ਰਹਿੰਦਾ। 2 ਕੁੰਡਲ ਜੋ ਕੰਨਾਂ ਤੇ ਡਿੱਗਦੇ ਦਿਖਾਈ ਦਿੰਦੇ, ਉਹ ਗਿਆਨ ਅਤੇ ਵਿਗਿਆਨ ਦਾ ਹੀ ਸੂਚਕ ਪ੍ਰਤੀਤ ਹੁੰਦੇ। ਜਦ ਬੋਲਦੇ ਤਾਂ ਇੰਜ ਪ੍ਰਤੀਤ ਹੁੰਦਾ ਕਿ ਗਿਆਨ ਦਾ ਸੂਰਜ ਚੜ੍ਹ ਗਿਆ ਹੈ ਅਤੇ ਭਗਤੀ ਉਜਾਗਰ ਹੋ ਗਈ ਹੈ। ਜਸ ਭਗਤ ਉਦਾਚਲ ਗਿਆਨ ਭਾਨ ਹੋਵੇ ਉਦੈ। ਗੱਲ ਕੀ ਦੇਖਦੇ ਸਾਰ ਪ੍ਰਸੰਨਤਾ ਉਪਜਦੀ। ਜੋਤ ਦਾ ਝਲਕਾਰਾ ਹਰ ਪਾਸੇ ਪੈਂਦਾ ਲੱਗਦਾ। ਨੂਰ ਦਾ ਨਿਰਾਲਾ ਆਲਮ ਛਾਇਆ ਰਹਿੰਦਾ। ਗੁਰੂ ਪਿਤਾ ਹਰ ਰਾਏ ਜੀ ਦੀ ਕਰਨੀ, ਕੌਤਕਾਂ ਅਤੇ ਵਚਨਾਂ ਦਾ ਪ੍ਰਭਾਵ ਬਾਲਕ ਹਰਿਕ੍ਰਿਸ਼ਨ ਤੇ ਸਹਿਲੇ ਹੀ ਪੈ ਰਿਹਾ ਸੀ। ਜਿਵੇਂ ਗੁਰੂ ਜੀ ਪੱਖੀ ਤੱਕ ਨੂੰ ਖੇਦ ਨਹੀਂ ਸੀ ਪਹੁੰਚਾਉਂਦੇ, ਦੁਖੀਆਂ ਦੇ ਦਰਦ ਵੰਡਾਉਂਦੇ, ਰੋਗ ਦੂਰ ਕਰਦੇ, ਸਮ ਦ੍ਰਿਸ਼ਟੀ ਰੱਖਦੇ ਅਤੇ ਸ਼ਾਹ ਜਹਾਨ ਦੇ ਮੰਗਣ ਤੇ ਜਿਵੇਂ ਤਤਕਾਲ ਹਰੜ ਅਤੇ ਲੌਂਗ ਭੇਜਿਆ, ਉਸ ਨੇ ਡੂੰਘਾ ਪ੍ਰਭਾਵ ਪਾਇਆ ਲੱਗਦਾ ਹੈ। ਗਰੀਬ ਮਾਈ ਦਾ ਪ੍ਰਸ਼ਾਦ ਛਕਣ ਲਈ ਜੰਗਲ ਵਿੱਚੋਂ ਸ਼ਿਕਾਰ ਛੱਡ ਕੇ ਉਸ ਦੇ ਘਰ ਚਲੇ ਜਾਣਾ ਅਤੇ ਪ੍ਰੀਤ ਰੀਤ ਦੀ ਕਿਰਿਆ ਗੁਰੂ ਹਰ ਰਾਏ ਜੀ ਨੇ ਜਿਸ ਤਰ੍ਹਾਂ ਨਿਭਾਈ, ਉਹ ਹਰ ਇੱਕ ਦੀ ਜ਼ੁਬਾਨ ਤੇ ਸੀ। ਰੂਸ, ਕਾਬਲ, ਬਿਹਾਰ ਦੇਸ਼ਾਂ ਤੋਂ ਫਕੀਰ ਅਤੇ ਸਾਧੂ ਜਿਸ ਤਰ੍ਹਾਂ ਉਹਨਾਂ ਦੇ ਚਰਨ ਆ ਪਸਰਦੇ, ਇਹਨਾਂ ਦੀ ਛਾਪ ਬਾਲ ਗੁਰੂ ਤੇ ਅਮਿੱਟ ਸੀ। ਗੁਰੂ ਪਾਤਸ਼ਾਹ ਦੀਆਂ ਸੁਣਾਈਆਂ ਸਿੱਖਿਆਵਾਂ ਅਤੇ ਸਾਖੀਆਂ ਬੜੇ ਧਿਆਨ ਨਾਲ ਸੁਣਦੇ। ਗੁਰੂ ਹਰ ਰਾਏ ਜੀ ਨੇ ਇੱਕ ਵਾਰੀ ਸੰਗਤ ਨੂੰ ਹੁਕਮ ਕੀਤਾ ਕਿ ਕੁਝ ਨਾ ਕੁਝ ਸਦਾ ਦਿੰਦੇ ਹੀ ਰਹਿਣਾ ਚਾਹੀਦਾ ਹੈ। ਇਹ ਹੀ ਸੋਚਣਾ ਕਿ ਬਹੁਤ ਹੋਵੇਗਾ ਤਾਂ ਵੰਡਾਂਗੇ, ਕਦੀ ਕੁਝ ਦੇ ਹੀ ਨਹੀਂ ਸਕੋਗੇ। 7ਵੇਂ ਪਾਤਸ਼ਾਹ ਨੇ ਇੱਕ ਚਿੜਾ ਚਿੜੀ ਦੀ ਵਾਰਤਾ ਸੁਣਾਉਂਦੇ ਕਿਹਾ ਕਿ ਇੱਕ ਗਰੀਬ ਸਿੱਖ ਗ੍ਰਹਿਸਤੀ ਸੀ। ਉਹ ਖੱਟ ਘਾਲ ਜੋ ਅੰਨ ਦਾਣਾ ਲਿਆਉਂਦਾ, ਧੋ ਕੇ ਸੁੱਕਣੇ ਕੋਠੇ ਤੇ ਪਾ ਦਿੰਦਾ। ਇੱਕ ਚਿੜੀ ਚਿੜਾ ਨੇਮ ਨਾਲ ਆਉਂਦੇ, ਚੋਗ ਚੁਗਦੇ ਅਤੇ ਉੱਡਣ ਵੇਲੇ 2 ਦਾਣੇ ਚੁੰਝ ਵਿੱਚ ਰੱਖ ਲੰਗਰ ਵਿੱਚ ਪਾ ਆਉਂਦੇ। ਐਸੀ ਬਰਕਤ ਪਈ ਕਿ ਘਰ ਬਾਹਰ ਭਰੇ ਗਏ। ਦੂਜੇ ਪਾਸੇ ਇੱਕ ਸੱਪ ਨੂੰ ਕੀੜਿਆਂ ਨਾਲ ਦਬੋਚਿਆ ਦੇਖ ਗੁਰੂ ਹਰ ਰਾਏ ਜੀ ਨੇ ਫਰਮਾਇਆ ਕਿ ਸੱਪ ਪਖੰਡੀ ਸੀ, ਜਗਤ ਗੁਰੂ ਕਹਿਲਾਉਂਦਾ ਸੀ, ਭੋਲੇ ਭਾਲੇ ਜਗਿਆਸੂਆਂ ਕੋਲੋਂ ਧਨ ਬਟੋਰਦਾ ਸੀ, ਅੱਜ ਦੁੱਖੀਆਂ ਦਾ ਭਾਗੀ ਬਣਿਆ ਹੈ। ਪਖੰਡੀ ਦਾ ਹਸ਼ਰ ਸਦਾ ਮਾੜਾ ਹੁੰਦਾ ਹੈ। ਭਾਈ ਰੂਪੇ ਨੂੰ ਪ੍ਰੇਮ ਦੀ ਖੇਡ ਖੇਡਦੇ ਆਪ ਪੁੱਜੇ ਸਨ ਅਤੇ ਬਚਨ ਕੀਤਾ ਸੀ, ਜਾਗੋ ਸਿੱਖ ਸਤਿਗੁਰ ਕੇ ਪਿਆਰੇ, ਜਲ ਦੀਜੇ ਮੋਹ ਪਿਆਸ ਆਧਾਰੇ। ਭਾਈ ਰੂਪਾ ਜੀ ਨੂੰ ਆਪਣੇ ਹੱਥੀਂ ਉੱਚੇ ਸਿੰਘਾਸਨ ਤੇ ਬਿਠਾਇਆ ਸੀ। ਫਿਰ ਜਦ ਗੁਰੂ ਹਰ ਰਾਏ ਜੀ ਗੋਇੰਦਵਾਲ, ਤਰਨਤਾਰਨ, ਸ਼੍ਰੀ ਅੰਮ੍ਰਿਤਸਰ, ਨਨਕਾਣਾ ਸਾਹਿਬ, ਡੇਰਾ ਸਾਹਿਬ ਅਤੇ ਹੋਰ ਗੁਰੂ ਅਸਥਾਨਾਂ ਤੇ ਗਏ ਸਨ ਤਾਂ ਗੁਰੂ ਹਰਿਕ੍ਰਿਸ਼ਨ ਜੀ ਨਾਲ ਹੀ ਸਨ। ਉਹਨਾਂ ਡਿੱਠਾ ਸੀ ਕਿ ਕਿਤਨਾ ਆਦਰ ਉਹ ਗੁਰੂ ਅਸਥਾਨਾਂ ਦਾ ਕਰਦੇ ਸਨ। ਆਪ ਜੀ ਆਪਣਾ ਆਸਣ ਜ਼ਮੀਨ ਤੇ ਹੀ ਕਰਦੇ ਸਨ, ਪ੍ਰਭੂ ਯਾਦ ਵਿੱਚ ਹੀ ਸਮਾਂ ਗੁਜ਼ਾਰਦੇ। ਭੁਮਾਸਨ ਸੈਨ ਦਿਆਲ ਤਹਾਂ ਕੀਆ, ਭਜਨ ਹੋਤ ਨਿਸ ਬੀਤਤ ਪਿਆ। ਬਾਣੀ ਦੇ ਪ੍ਰਭਾਵ ਬਾਰੇ ਗੁਰੂ ਜੀ ਨੇ ਬਚਨ ਕੀਤੇ ਸਨ ਕਿ ਚਿਕਨੀ ਕੁੰਨੀ ਘਿਓ ਵਾਲੀ ਦੀ ਟੁੱਟੀ ਠੀਕਰੀ ਸੀ ਅਤੇ ਸੂਰਜ ਦੇ ਚਮਕਣ ਨਾਲ ਚਿਕਨਤਾ ਬਾਹਰ ਆ ਗਈ। ਰਵ ਤੇਜ ਚਿਕਨਤਾ ਨਿਕਸਹਿ ਭਾਈ। ਤਿਵੇਂ ਹੀ ਜੋ ਸਦਾ ਗੁਰਬਾਣੀ ਪੜ੍ਹਦੇ ਹਨ ਉਹ ਥੰਦੇ ਤਾਂ ਹੁੰਦੇ ਹੀ ਹਨ, ਕਸ਼ਟਾਂ ਦਾ ਸੂਰਜ ਸਿਰ ਤੇ ਚਮਕਣ ਤੇ ਹੋਰ ਤੇਜ ਵਾਲੇ ਹੋ ਜਾਂਦੇ ਹਨ। ਤੈਸੇ ਗੁਰਬਾਣੀ ਜੋ ਪੜ੍ਹੇ, ਅੰਤਕਾਲ ਉੱਚੇ ਪਦ ਖੜੇ। ਗ੍ਰਹਿਸਤੀ ਦਾ ਉਹ ਹੀ ਘਰ ਉੱਚਾ ਅਤੇ ਵੱਡਾ ਲਿਖਦੇ, ਜਿਸ ਘਰ ਚੂਕੇ ਸਮੇਂ ਅਤਿਥ ਜੋ ਆਵੇ, ਕਰ ਭਾਉ ਭਗਤ ਤਿਸ ਤ੍ਰਿਪਤ ਭੁਗਾਵੇ। ਫਿਰ ਸਭ ਤੋਂ ਵੱਡੀ ਉਪਮਾ ਗੁਰੂ ਪਿਤਾ ਵਿੱਚ ਦੇਖ ਰਹੇ ਸਨ ਕਿ 2200 ਸਵਾਰ ਪਾਸ ਸਨ, ਪਰ ਮਜਾਲ ਕੀ ਕਿਸੇ ਤੇ ਹੱਥ ਚੁੱਕਿਆ ਹੋਵੇ। ਯੋਧੇ ਵੀ ਅਜਿਹੇ ਜਿਨ੍ਹਾਂ ਨੂੰ ਦੇਖਦੇ ਹੀ ਦੁਸ਼ਮਣਾਂ ਦੇ ਸਾਹ ਸੁੱਕਦੇ ਅਤੇ ਦੋਸ਼ੀ ਥਰ ਥਰ ਕੰਬਦੇ ਹੋਣ। ਸੰਨ 1634 ਤੋਂ ਪਿੱਛੋਂ ਸ਼ਾਹਜਹਾਂ ਨੇ ਗੁਰੂ ਘਰ ਦਾ ਮੰਦਾ ਚਿਤਵਣਾ ਬੰਦ ਕਰ ਦਿੱਤਾ ਸੀ ਅਤੇ 1644 ਪਿੱਛੋਂ ਤਾਂ ਸੋਚ ਵੀ ਬਦਲ ਲਈ ਸੀ। ਦਾਰਾ ਦੀ ਬਿਮਾਰੀ ਵੇਲੇ ਜਿਸ ਤਰ੍ਹਾਂ ਤੁਰੰਤ ਹਰੜ ਅਤੇ ਲੌਂਗ ਗੁਰੂ ਪਾਤਸ਼ਾਹ ਨੇ ਭਿਜਵਾਇਆ ਸੀ, ਉਹ ਦੇਖ ਸ਼ਾਹਜਹਾਂ ਨੇ ਭਰੇ ਦਰਬਾਰ ਗੁਰੂ ਹਰ ਰਾਏ ਜੀ ਦੀ ਉਪਮਾ ਕਰਦੇ ਕਿਹਾ ਸੀ, ਯਹ ਦੁਨੀਆ ਸਭ ਹਿਰਸ ਹਵਾਏ, ਨਹੀਂ ਹਿਰਸ ਜਿਸ ਫਜ਼ਲ ਖੁਦਾਏ। ਦੋਹਰਾ ਜਾਕੋ ਫਜ਼ਲ ਅੱਲਾ ਤਿਸ ਹਿਰਸ ਬਖੀਲੀ ਨਾ, ਮੈਂ ਦੇਖਤ ਜਾਣਤ ਸੁਨਤ ਹੋ ਕਾਮਲ ਘਰ ਨਾਨਕ ਸ਼ਾਹ। ਇਹ ਹੁਣ ਸਭ ਤੇ ਪ੍ਰਗਟ ਹੋ ਗਿਆ ਸੀ ਕਿ ਗੁਰੂ ਹਰ ਰਾਏ ਜੀ ਦਾ ਅਦਬ ਦਾਰਾ ਰੱਜ ਕੇ ਕਰਦਾ ਸੀ। ਉੱਧਰ ਦਾਰਾ ਸ਼ਾਹਜਹਾਂ ਦਾ ਚਹੇਤਾ ਲੜਕਾ ਸੀ ਅਤੇ ਰਾਜ ਡੋਰ ਉਸਨੇ ਇੱਕ ਪ੍ਰਕਾਰ ਦੀ ਦਾਰਾ ਨੂੰ ਹੀ ਸੌਂਪ ਦਿੱਤੀ ਸੀ। ਭਾਵੇਂ ਸ਼ਾਹਜਹਾਂ ਨੇ ਆਪਣੇ 4 ਬੇਟਿਆਂ ਨੂੰ ਨਾਇਬ ਬਣਾ ਦਿੱਤਾ ਸੀ, ਪਰ ਦਾਰਾ ਫਿਰ ਵੀ ਆਗਰੇ ਵਿੱਚ ਬਾਪ ਕੋਲ ਹੀ ਰਹਿੰਦਾ ਸੀ। ਦਾਰਾ ਨੂੰ ਪੱਛਮੀ ਸੂਬੇ ਦਿੱਤੇ ਗਏ ਸਨ। ਦਾਰਾ ਨੇ ਇਹ ਯਕੀਨ ਦਿਵਾਇਆ ਸੀ ਕਿ ਕੰਧਾਰ ਫਤਿਹ ਕਰਕੇ ਮੁਗਲ ਸਾਮਰਾਜ ਨਾਲ ਮਿਲਾਏਗਾ।
इस कारण बहुत ही वड्डी फौज लाहौर ਅਤੇ मुल्तान ਆਪਣੇ ਹੇਠ ਤਿਆਰ ਕਰ ਲਈ ਸੀ। ਸੁਜਾਅ ਕੋਲ ਬੰਗਾਲ, ਔਰੰਗਜ਼ੇਬ ਕੋਲ ਦੱਖਣ ਅਤੇ ਮੁਰਾਦ ਕੋਲ ਗੁਜਰਾਤ ਸੀ। ਸਤੰਬਰ 1557 ਨੂੰ ਸ਼ਾਹਜਹਾਂ ਬਿਮਾਰ ਹੋ ਗਿਆ। ਬਿਮਾਰੀ ਇਤਨੀ ਵਧੀ ਕਿ ਉਹ ਨਿਢਾਲ ਹੋ ਗਿਆ। ਰਾਜ ਕਾਜ ਦੇ ਕਾਰਜ ਨਿਭਾਉਣ ਜੋਗਾ ਉਹ ਨਹੀਂ ਸੀ ਰਿਹਾ ਅਤੇ ਦਾਰਾ ਵੀ ਹੁਣ ਸ਼ਾਹਜਹਾਂ ਵੱਲੋਂ ਫਰਮਾਨ ਤੱਕ ਜਾਰੀ ਕਰਨ ਲੱਗ ਪਿਆ ਸੀ। ਅਪ੍ਰੈਲ 1658 ਨੂੰ ਦਾਰਾ ਨੇ ਆਗਰਾ ਤੋਂ ਸੂਬਿਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਭਰਾਵਾਂ ਇਹੀ ਹੀ ਸਮਝਿਆ ਕਿ ਸ਼ਾਹਜਹਾਂ ਦੀ ਮੌਤ ਹੋ ਗਈ ਹੈ ਅਤੇ ਦਾਰਾ ਛੁਪਾ ਕੇ ਰੱਖ ਰਿਹਾ ਹੈ। ਸਭ ਤੋਂ ਪਹਿਲਾਂ ਮੁਰਾਦ ਨੇ ਹੀ ਬਾਦਸ਼ਾਹ ਹੋਣ ਦਾ ਐਲਾਨ ਕੀਤਾ। ਸੁਜਾਅ ਨੇ ਵੀ ਅਜਿਹਾ ਹੀ ਕੀਤਾ। ਔਰੰਗਜ਼ੇਬ ਨੂੰ ਆਗਰੇ ਵਿੱਚ ਹੋ ਰਹੀ ਕਾਰਵਾਈ ਦੀਆਂ ਖਬਰਾਂ ਖੁਫੀਆ ਤੌਰ 'ਤੇ ਭੈਣ ਰੋਸ਼ਨਾਰਾ ਵੱਲੋਂ ਮਿਲ ਰਹੀਆਂ ਸਨ। ਔਰੰਗਜ਼ੇਬ ਨੇ ਮੁਰਾਦ ਨੂੰ ਆਪਣੇ ਨਾਲ ਗੰਢਿਆ ਅਤੇ ਆਗਰੇ ਵੱਲ ਫੌਜਾਂ ਦਾ ਮਾਰਚ ਸ਼ੁਰੂ ਕਰ ਦਿੱਤਾ। ਧਰਮਤ ਦੇ ਅਸਥਾਨ 'ਤੇ ਰਾਜਾ ਜਸਵੰਤ ਸਿੰਘ ਅਤੇ ਕਾਸਮ ਖਾਨ ਨੇ ਰੋਕਣਾ ਚਾਹਿਆ, ਪਰ ਹਾਰ ਹੋਈ। ਮੁਰਾਦ ਅਤੇ ਔਰੰਗਜ਼ੇਬ ਆਗਰੇ ਵੱਲ ਵੱਧਦੇ ਗਏ। ਸੁਜਾਅ ਤਾਂ ਸੁਲੇਮਾਨ ਸ਼ਿਕੋਹ ਕੋਲੋਂ ਬਨਾਰਸ ਵਿਖੇ ਹੀ ਹਾਰ ਖਾ ਕੇ ਚੁੱਪ ਕਰ ਗਿਆ ਸੀ। ਮੁਰਾਦ ਅਤੇ ਔਰੰਗਜ਼ੇਬ ਦੀਆਂ ਸਾਂਝੀਆਂ ਫੌਜਾਂ ਨੇ ਦਾਰਾ ਨੂੰ 4 ਜੂਨ 1658 ਸ਼ਾਮੂਗੜ੍ਹ ਦੇ ਅਸਥਾਨ 'ਤੇ ਕਰਾਰੀ ਹਾਰ ਦਿੱਤੀ। ਸ਼ਾਮੂਗੜ੍ਹ ਆਗਰੇ ਤੋਂ ਪੂਰਬ ਵੱਲ 10 ਮੀਲ 'ਤੇ ਨਿੱਕਾ ਜਿਹਾ ਪਿੰਡ ਸੀ। ਉੱਥੋਂ ਭੱਜ ਕੇ ਦਾਰਾ ਆਗਰੇ ਆਇਆ, ਪਰ ਇਤਨਾ ਸ਼ਰਮਸ਼ਾਰ ਸੀ ਕਿ ਬਾਪ ਸ਼ਾਹਜਹਾਂ ਤੱਕ ਨੂੰ ਨਾ ਮਿਲਿਆ। ਪਰ ਪਿਤਾ ਨੇ ਹੌਸਲਾ ਦਿੱਤਾ ਅਤੇ ਚਿੱਠੀ ਰਾਹੀਂ ਦਿੱਲੀ ਅਤੇ ਲਾਹੌਰ ਦੀਆਂ ਫੌਜਾਂ 'ਤੇ ਖਜ਼ਾਨੇ ਨੂੰ ਕਬਜ਼ੇ ਵਿੱਚ ਕਰਕੇ ਡਟ ਕੇ ਮੁਕਾਬਲਾ ਕਰਨ ਲਈ ਕਿਹਾ। ਇਹ ਵੀ ਸੁਝਾਅ ਦਿੱਤਾ ਗਿਆ ਕਿ ਸੁਲੇਮਾਨ ਸ਼ਿਕੋਹ ਦੀਆਂ ਜੇਤੂ ਫੌਜਾਂ ਦੀ ਉਡੀਕ ਦਿੱਲੀ ਹੀ ਕਰੇ। ਪਰ ਆਗਰੇ ਵਿੱਚ ਹਾਲਾਤ ਇਸ ਤੇਜ਼ੀ ਨਾਲ ਬਦਲੇ ਕਿ ਦਾਰਾ ਨੂੰ ਛੇਤੀ ਹੀ ਦਿੱਲੀ ਤੋਂ ਭੱਜ ਕੇ ਪੰਜਾਬ ਜਾਣਾ ਪਿਆ। ਪੰਜਾਬ ਉਸ ਦੀ ਜਗੀਰ ਵੀ ਸੀ ਅਤੇ ਪੰਜਾਬ ਵਿੱਚ ਉਸ ਦਾ ਸਨਮਾਨ ਵੀ ਸੀ। ਪੰਜਾਬ ਦਾ ਨਾਇਬ ਗੈਰਤ ਖਾਂ ਉਸ ਦਾ ਵਫਾਦਾਰ ਸਾਥੀ ਵੀ ਸੀ। ਮਾਲ ਧਨ ਵੀ ਦਾਰਾ ਪਾਸ ਬਹੁਤ ਸੀ। 5 ਜੂਨ ਨੂੰ ਦਿੱਲੀ ਪੁੱਜ ਕੇ ਜਦ ਦਾਰਾ ਨੇ ਲਾਲ ਕਿਲ੍ਹਾ 'ਤੇ ਕਬਜ਼ਾ ਕਰਨਾ ਚਾਹਿਆ ਤਾਂ ਨਵਾਬ ਦਿੱਲੀ ਨੇ ਰੋਕ ਪਾਈ। ਉਸ ਨੂੰ ਔਰੰਗਜ਼ੇਬ ਨੇ ਇਸਲਾਮ ਦਾ ਵਾਸਤਾ ਅਤੇ ਤੋਹਫ਼ੇ ਭੇਜ ਕੇ ਆਪਣੇ ਵੱਲ ਦਾ ਕਰ ਲਿਆ। ਦਾਰਾ ਨੇ ਡੇਰੇ ਪੁਰਾਣੇ ਕਿਲ੍ਹੇ ਲਗਾਏ। ਦਾਰਾ ਦਾ ਖਿਆਲ ਸੀ ਕਿ ਆਗਰਾ ਕਿਲ੍ਹੇ 'ਤੇ ਕਬਜ਼ਾ ਕਰਦਿਆਂ ਔਰੰਗਜ਼ੇਬ ਦਾ ਕੁਝ ਸਮਾਂ ਲੱਗੇਗਾ ਅਤੇ ਇਤਨੇ ਨੂੰ ਸੁਲੇਮਾਨ ਸ਼ਿਕੋਹ ਵੀ ਉੱਥੇ ਪੁੱਜ ਜਾਏਗਾ। ਪਰ ਹੋਇਆ ਸਭ ਕੁਝ ਉਲਟ। 8 ਜੂਨ ਨੂੰ ਆਗਰੇ ਦੇ ਕਿਲ੍ਹੇ 'ਤੇ ਔਰੰਗਜ਼ੇਬ ਨੇ ਕਬਜ਼ਾ ਕਰ ਲਿਆ। ਬਾਪ ਨੂੰ ਕੈਦੀ ਬਣਾ ਕੇ ਦਾਰਾ ਦਾ ਪਿੱਛਾ ਕਰਨ ਲਈ ਉੱਠ ਖੜੋਤਾ। ਹੁਣ ਦਾਰਾ ਪਾਸ 2 ਹੀ ਰਾਹ ਸਨ, ਜਾਂ ਤਾਂ ਉਹ ਇਲਾਹਾਬਾਦ ਜਾ ਕੇ ਪੁੱਤਰ ਦੀਆਂ ਫੌਜਾਂ ਨਾਲ ਮਿਲੇ ਅਤੇ ਸੁਜਾਅ ਨਾਲ ਸੁਲਾਹ ਕਰਕੇ ਆਗਰੇ 'ਤੇ ਹੱਲਾ ਕਰੇ, ਜਾਂ ਪੰਜਾਬ ਜਾਏ। ਉਸ ਪੰਜਾਬ ਜਾਣਾ ਹੀ ਚੁਣਿਆ। ਉੱਥੋਂ ਗੁਰੂ ਹਰਰਾਏ ਜੀ ਨੂੰ ਬੇਨਤੀ ਪੱਤਰ ਲਿਖਿਆ ਕਿ ਉਸ ਦੀ ਮਦਦ ਕਰਨ। ਮੁਹੰਮਦ ਅਕਬਰ ਨੇ ਵੀ ਦੀ ਪੰਜਾਬ ਅੰਡਰ ਮੁਗਲਸ ਦੇ ਪੰਨਾ 195 'ਤੇ ਹੀ ਲਿਖਿਆ ਹੈ ਕਿ ਔਰੰਗਜ਼ੇਬ ਵੱਲੋਂ ਪਿੱਛਾ ਕਰਦੇ ਦੇਖ ਦਾਰਾ ਨੇ ਬੇਨਤੀ ਕੀਤੀ। ਗੁਰੂ ਹਰਰਾਏ ਜੀ ਨੇ ਔਰੰਗਜ਼ੇਬ ਦੀਆਂ ਫੌਜਾਂ ਨੂੰ ਰੋਕੀ ਰੱਖਿਆ ਤਾਂ ਕਿ ਦਾਰਾ ਨੱਠ ਭੱਜ ਜਾਏ। ਦਾਰਾ ਨੇ ਸੁਲੇਮਾਨ ਸ਼ਿਕੋਹ ਨੂੰ ਲਾਹੌਰ ਪੁੱਜਣ ਲਈ ਕਿਹਾ ਅਤੇ ਗੈਰਤ ਖਾਂ ਨੂੰ ਫੌਜਾਂ ਇਕੱਠੀਆਂ ਕਰਨ ਲਈ। ਦਾਰਾ ਪਹਿਲਾਂ ਕੀਰਤਪੁਰ ਆਇਆ। ਗੁਰੂ ਜੀ ਦਾ ਗੋਇੰਦਵਾਲ ਹੋਣਾ ਸੁਣ ਉੱਧਰ ਹੀ ਗਿਆ। ਤਲਵਣ ਤੋਂ ਸਤਲੁਜ ਪਾਰ ਕੀਤਾ ਅਤੇ ਆਪਣੇ ਵਫਾਦਾਰ ਸਿਪਾਹ ਸਲਾਰ ਦਾਊਦ ਖਾਨ ਨੂੰ ਦਰਿਆ ਦੀ ਰਾਖੀ 'ਤੇ ਲਗਾਇਆ ਤਾਂ ਕਿ ਔਰੰਗਜ਼ੇਬ ਦੀਆਂ ਫੌਜਾਂ ਨੂੰ ਰੋਕ ਪਾਈ ਰੱਖੇ। ਬਿਆਸ ਦਰਿਆ ਗੋਇੰਦਵਾਲ ਤੋਂ ਹੀ ਪਾਰ ਕਰਕੇ ਗੁਰੂ ਹਰਰਾਏ ਜੀ ਦੇ ਦਰਸ਼ਨ ਕੀਤੇ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਦਰਿਆਓ ਉੱਤਰ ਦਾਰਾ ਸ਼ਿਕੋਹ, ਸਤਿਗੁਰ ਸੋ ਕੀਆ ਮਿਲਾਪ, ਗੁਰ ਅੰਤਰਜਾਮੀ ਜਾਣਿਆ ਦੇਖ ਅਮਿਤ ਪ੍ਰਤਾਪ। ਉਸ ਦੀ ਦੀਨ ਦਸ਼ਾ ਦੇਖ ਮਹਾਰਾਜ ਨੇ ਧੀਰਜ ਦਿੱਤਾ ਅਤੇ ਕਿਹਾ ਕਿ ਦੁਨੀ ਅਤੇ ਜੱਗ ਰਾਜ ਨਾਲੋਂ ਦੀਨ ਦਾ ਰਾਜ ਉੱਤਮ ਅਤੇ ਬਹੁਤ ਉੱਚਾ ਹੈ। ਉਸ ਨੇ ਬੇਨਤੀ ਕੀਤੀ ਕਿ ਬਿਆਸ ਤੇ ਰਾਵੀ 'ਤੇ ਪਿੱਛਾ ਕਰਨ ਵਾਲਿਆਂ ਨੂੰ ਰੋਕ ਪਾਉਣ ਤਾਂ ਕਿ ਉਹ ਲਾਹੌਰ ਪੁੱਜ ਜਾਏ। ਬੇਨਤੀ ਦੇ ਸ਼ਬਦ ਸਨ, ਹਮ ਪਾਛੇ ਆਵੇ ਫੌਜ ਤੇ 2 ਪਹਿਰ ਟਿਕਾਏ। ਸਤਿਗੁਰ ਨੇ ਆਪਣੀਆਂ ਫੌਜਾਂ ਨੂੰ ਘਾਟ ਦੇ 2 ਪਹਿਰ ਪਹਿਰਾ ਰੱਖਣ ਦਾ ਹੁਕਮ ਦਿੱਤਾ ਅਤੇ ਕਿਸੇ ਨੂੰ ਉਤਰਨ ਨਾ ਦਿੱਤਾ। ਪਿੱਛਾ ਕਰਨ ਵਾਲੀਆਂ ਫੌਜਾਂ ਬਿਟ-ਬਿਟ ਤੱਕਦੀਆਂ ਰਹੀਆਂ। ਸ਼੍ਰੀ ਸਤਿਗੁਰ ਘਾਟ ਬੰਦ ਕਰ ਲੀਨਾ, ਤੋਪਖਾਨਾ ਸਨਮੁਖ ਧਰ ਦੀਨਾ। 2 ਪਹਿਰ ਲੱਗ ਘਾਟ ਬੰਦ ਗੁਰ ਕੀਆ, ਕਾਹੂ ਕੋ ਉਤਰਨ ਨਹੀਂ ਦਿਆ। ਰਾਵੀ ਤੋਂ ਵੀ ਪਾਰ ਉਤਾਰਨ ਵਿੱਚ ਮਦਦ ਕੀਤੀ। ਚੌਧਰੀ ਲੰਗਾਹ ਦੇ ਪੁੱਤਰ ਸਿਕੰਦਰ ਨੇ ਆਪਣੀਆਂ ਫੌਜਾਂ ਦਾ ਪਹਿਰਾ ਰਾਵੀ 'ਤੇ ਰੱਖਿਆ। 23 ਜੁਲਾਈ 1658 ਨੂੰ ਦਾਰਾ ਲਾਹੌਰ ਪੁੱਜਾ। 30,000 ਤੋਂ ਵੱਧ ਫੌਜ ਇਕੱਠੀ ਕਰ ਲਈ। ਪਹਾੜੀ ਰਾਜਿਆਂ ਨੇ ਵੀ ਇਮਦਾਦ ਦਿੱਤੀ। ਪਹਾੜੀ ਰਾਜਿਆਂ ਵਿੱਚ ਇੱਕ ਉੱਘਾ ਨਾਂ ਰਾਜਰੂਪ ਸਿੰਘ ਦਾ ਹੈ, ਜਿਸ ਨੂੰ ਮਿਲਣ ਵੇਲੇ ਦਾਰਾ ਦੀ ਬੇਗਮ ਨਾਦਰਾ ਨੇ ਬੇਟਾ ਕਹਿ ਕੇ ਬੁਲਾਇਆ।
ਤਿਆਰੀਆਂ ਤਾਂ ਠੀਕ ਹੋ ਰਹੀਆਂ ਸਨ, ਪਰ ਦਾਰਾ ਦਾ ਔਰੰਗਜ਼ੇਬ ਬਾਰੇ ਅੰਦਾਜ਼ਾ ਗਲਤ ਨਿਕਲਿਆ। ਦਾਰਾ ਦਾ ਅਨੁਮਾਨ ਸੀ ਕਿ ਔਰੰਗਜ਼ੇਬ ਲਾਹੌਰ ਪਹੁੰਚਣ ਨੂੰ ਬਹੁਤ ਸਮਾਂ ਲਗਾਏਗਾ, ਪਰ ਉਸ ਦਾ ਇੱਕ ਜਰਨੈਲ 2 ਅਗਸਤ ਨੂੰ ਸਤਲੁਜ ਕਿਨਾਰੇ ਪੁੱਜਾ। ਦਾਊਦ ਖਾਨ ਦੀਆਂ ਫੌਜਾਂ ਨੂੰ ਪਹਿਰਾ ਦਿੰਦੇ ਦੇਖ ਉਸਨੇ 60 ਮੀਲ ਉੱਪਰ ਰੋਪੜ ਤੋਂ ਸਤਲੁਜ ਪਾਰ ਕੀਤਾ ਅਤੇ ਬੇੜੀਆਂ 'ਤੇ ਹੀ ਦਾਊਦ ਖਾਨ 'ਤੇ ਹੱਲਾ ਬੋਲਿਆ। ਦਾਊਦ ਖਾਨ ਤਲਵਣ ਨੂੰ ਛੱਡ ਕੇ ਸੁਲਤਾਨਪੁਰ ਵੱਲ ਚਲਾ ਗਿਆ। ਔਰੰਗਜ਼ੇਬ ਦੀ ਦੂਜੀ ਫੌਜ ਟੁਕੜੀ ਨੇ 7 ਅਗਸਤ ਨੂੰ ਸਤਲੁਜ ਪਾਰ ਕੀਤਾ। ਦਾਰਾ ਨੇ ਦਾਊਦ ਖਾਨ ਨੂੰ ਲਿਖਿਆ ਕਿ ਉਹ ਆ ਰਹੀਆਂ ਫੌਜਾਂ ਨੂੰ ਬਿਆਸ ਦੇ ਉਰਲੇ ਕਿਨਾਰੇ ਰੋਕੇ। ਔਰੰਗਜ਼ੇਬ ਵੀ ਪਿੱਛੇ ਆ ਰਿਹਾ ਸੀ। ਉਸ ਚਲਾਕੀ ਦਾ ਸਹਾਰਾ ਲਿਆ। ਦਾਊਦ ਦੀ ਇੱਕ ਜਾਲੀ ਚਿੱਠੀ, ਜਿਸ ਵਿੱਚ ਔਰੰਗਜ਼ੇਬ ਨੂੰ ਯਕੀਨ ਦਿਲਵਾਇਆ ਕਿ ਉਹ ਪਹਿਲਾਂ ਮੌਕਾ ਮਿਲਦੇ ਹੀ ਦਾਰਾ ਨੂੰ ਪਕੜ ਕੇ ਪੇਸ਼ ਕਰੇਗਾ, ਐਸੇ ਢੰਗ ਨਾਲ ਭਿਜਵਾਈ ਕਿ ਦਾਰਾ ਦੇ ਹੱਥ ਆ ਜਾਏ। ਦਾਰਾ ਸ਼ੱਕੀ ਹੋ ਗਿਆ। ਉਧਰੋਂ ਕਾਬਲ ਦੇ ਨਵਾਬ ਮਹਾਬਤ ਖਾਨ ਨੇ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ। ਘਬਰਾਇਆ ਹੋਇਆ ਦਾਰਾ ਪਹਿਲਾਂ ਮੁਲਤਾਨ ਵੱਲ ਨੱਸਿਆ। ਔਰੰਗਜ਼ੇਬ ਪਿੱਛਾ ਕਰਦਾ ਆ ਰਿਹਾ ਸੀ। 14 ਅਗਸਤ ਨੂੰ ਔਰੰਗਜ਼ੇਬ ਰੋਪੜ ਪੁੱਜਾ। 1 ਮਹੀਨਾ ਰੋਪੜ ਹੀ ਰੁਕਿਆ। ਇੱਥੇ ਹੀ ਉਸਨੂੰ ਦਾਰਾ ਦੇ ਭੱਜ ਉੱਠਣ ਦੀ ਖਬਰ ਪੁੱਜੀ। ਖਲੀਲ ਉਲਾ ਉਸ ਸਮੇਂ ਗੜ੍ਹ ਸ਼ੰਕਰ ਸੀ ਅਤੇ ਉਸਨੇ ਤਾਹਰ ਖਾਨ ਨੂੰ ਭਜਾਇਆ ਕਿ ਲਾਹੌਰ ਪੁੱਜ ਕੇ ਦਾਰਾ ਦੀ ਛੱਡੀ ਹੋਈ ਦੌਲਤ ਅਤੇ ਜੰਗੀ ਸਮਾਨ ਨੂੰ ਲੁੱਟਣ ਤੋਂ ਬਚਾਏ। ਪਿੱਛੇ ਪਿੱਛੇ ਖਲੀਲ ਉਲਾ ਖਾਨ ਵੀ ਪੁੱਜ ਗਿਆ। ਔਰੰਗਜ਼ੇਬ ਨੇ ਲਾਹੌਰ ਜਾਣ ਦੀ ਥਾਂ ਮੁਲਤਾਨ ਦਾਰਾ ਦਾ ਪਿੱਛਾ ਕੀਤਾ। ਦਾਰਾ ਇਤਨਾ ਘਬਰਾਇਆ ਹੋਇਆ ਸੀ ਕਿ ਦਾਊਦ ਜਿਹੇ ਵਫਾਦਾਰ ਜਰਨੈਲਾਂ 'ਤੇ ਸ਼ੱਕ ਕਰਕੇ ਉਸ ਨੂੰ ਬਰਖਾਸਤ ਕਰ ਦਿੱਤਾ ਅਤੇ ਇਹੀ ਹੀ ਦਾਊਦ ਫਿਰ ਉਸ ਦੀ ਜਾਨ ਦਾ ਲਾਗੂ ਹੋਇਆ। ਸਿੰਧ ਵਿੱਚ ਵਿਚਰਦਿਆਂ ਹੀ ਉਸ ਦੀ ਬੇਗਮ ਨਾਦਰਾ ਦੀ ਮ੍ਰਿਤਿੂ ਹੋ ਗਈ। ਜਿਸ ਸਿੰਧ ਦੇ ਸਰਦਾਰ ਮਲਕ ਜੀਵਨ ਜੂਨਾ ਪਾਸ ਉਹ ਰਹਿ ਰਿਹਾ ਸੀ, ਉਸਨੇ ਹੀ ਬੇੜੀਆਂ ਵਿੱਚ ਜਕੜ ਦਾਰਾ ਅਤੇ ਉਸ ਦੇ ਬੇਟੇ ਸਿਪਰ ਸ਼ਿਕੋਹ ਨੂੰ ਔਰੰਗਜ਼ੇਬ ਪਾਸ ਦਿੱਲੀ ਭੇਜਿਆ, ਜਿੱਥੇ ਜਲੀਲ ਕਰਕੇ ਮਾਰ ਦਿੱਤਾ ਗਿਆ। ਦਾਰਾ ਬੇਸ਼ੱਕ ਮੁਗਲ ਤਖ਼ਤ ਲੈਣ ਵਿੱਚ ਕਾਮਯਾਬ ਨਾ ਹੋਇਆ, ਪਰ ਇੱਕ ਫਕੀਰ, ਸਾਦਿਕ ਅਤੇ ਆਲਮ ਕਰਕੇ ਉਸ ਦਾ ਨਾਂ ਸਦਾ ਜਿੰਦਾ ਰਹੇਗਾ। ਉਸ ਦੇ ਸਫੀਨਤ ਉਲ ਔਲਿਆ, ਮਜਮਾ ਉਲ ਬਹਿਰੀਨ ਅਤੇ ਸਾਰੇ ਅਸਰਾਰ ਲਿਖੀਆਂ। ਉਸ ਦਾ ਤਖੱਲਸ ਕਾਦਰੀ ਸੀ। ਸਿੱਖ ਇਤਿਹਾਸਕਾਰ ਦਾਰਾ ਨੂੰ ਗੁਰੂ ਹਰ ਰਾਏ ਸਾਹਿਬ ਦਾ ਸਾਦਿਕ ਕਰਕੇ ਲਿਖਦੇ ਹਨ। ਠੀਕ ਲਿਖਿਆ ਹੈ ਮਹਿਮਾ ਪ੍ਰਕਾਸ਼ ਨੇ ਕਿ ਪਿਓ ਦੀ ਛਾਤੀ 'ਤੇ ਭਰਾਵਾਂ ਦੇ ਸਿਰ 'ਤੇ ਪੈਰ ਰੱਖ ਕੇ ਔਰੰਗਜ਼ੇਬ ਤਖ਼ਤ 'ਤੇ ਬੈਠਾ ਸੀ। ਕਾਟਾ ਸੀਸ ਤਖ਼ਤ ਪਗ ਧਰਾ, ਕਈ ਖੂਨ ਦੇ ਦਰਿਆ ਉਸ ਤਰੇ, ਕਈ ਸਿਰਾਂ ਦੇ ਮੀਨਾਰ ਬਣਾਏ, ਕਈ ਬੇਦੋਸ਼ੇ ਮਾਰੇ, ਕਈ ਰੱਬ ਦੇ ਪਿਆਰੇ ਮੌਤ ਦੇ ਘਾਟ ਉਤਾਰੇ। ਫਕੀਰਾਂ ਸੋ ਮਨ ਧਰੇ ਅਦਾਵਤ, ਕਾਜ਼ੀਆਂ ਮਲਾਣਿਆਂ ਮੁਫਤੀਆਂ ਨੂੰ ਚਾਂਦੀ ਦੇ ਸਿੱਕਿਆਂ ਨਾਲ ਤੋਲ ਖਰੀਦਿਆ। ਆਪਣੇ ਆਪ ਨੂੰ ਇਸਲਾਮ ਦਾ ਰਾਖਾ ਅਤੇ ਹਿੰਦੁਸਤਾਨ ਨੂੰ ਇਸਲਾਮੀ ਸ਼ਰਅ ਦਾ ਘਰ ਬਣਾਉਣ ਦਾ ਐਲਾਨ ਕੀਤਾ। ਪਹਿਲੀ ਵੱਡੀ ਸ਼ਿਕਾਇਤ ਧੀਰ ਮੱਲ ਦੀ ਹੀ ਸੀ ਕਿ ਉਸ ਨੂੰ ਹੱਕ ਦਿਲਵਾਇਆ ਜਾਵੇ, ਕਿਉਂਕਿ ਉਹ ਵੱਡਾ ਹੈ। ਔਰੰਗਜ਼ੇਬ ਨੇ ਗੱਲ ਨਾ ਗੌਲੀ, ਕਿਉਂਕਿ ਆਪ ਹੀ ਤਾਂ ਉਹ ਛੋਟਾ ਸੀ। ਫਿਰ ਸ਼ਿਕਾਇਤ ਹੋਈ ਕਿ ਦਾਰਾ ਦੀ ਮਦਦ ਕੀਤੀ ਹੈ ਅਤੇ ਮਨ ਮੈਂ ਨਾ ਧਾਗਾ ਡਰ ਜਰਾ ਪਰ ਸ਼ਹਿ ਕੋ। ਔਰੰਗਜ਼ੇਬ ਭਾਵੇਂ ਤਖ਼ਤ ਦੀ ਸੰਭਾਲ ਕਰਨ ਵਿੱਚ ਰੁੱਝਿਆ ਹੋਇਆ ਸੀ, ਪਰ ਫਿਰ ਵੀ ਉਸਨੇ ਪੰਜਾਬ ਦੇ ਨਵਾਬ ਖਲੀਲ ਉਲਾ ਖਾਨ ਨੂੰ ਨਜਿੱਠਣ ਲਈ ਲਿਖਿਆ। ਤਵਾਰੀਖ ਗੁਰੂ ਖਾਲਸਾ ਨੇ 3 ਹਮਲਿਆਂ ਦਾ ਜ਼ਿਕਰ ਕੀਤਾ ਹੈ। ਸਭ ਤੋਂ ਪਹਿਲਾਂ 10 ਹਜ਼ਾਰੀ ਮਨਸਬ ਵਾਲਾ ਜ਼ਾਲਮ ਖਾਨ ਫੌਜਾਂ ਦੇ ਕੇ ਭੇਜਿਆ ਗਿਆ। ਅਜੇ ਉਸ 4 ਕੁਪੜਾ ਕੀਤੇ ਸਨ ਕਿ ਕੱਚਾ ਮਾਸ ਖਾਣ ਕਰਕੇ ਪੇਟ ਅਜਿਹਾ ਸੂਲ ਪਿਆ ਕਿ ਉੱਥੇ ਹੀ ਮਰ ਗਿਆ। ਫੌਜਾਂ ਵਾਪਸ ਮੁੜ ਆਈਆਂ। ਮਹਿਮਾ ਪ੍ਰਕਾਸ਼ ਨੇ ਨਾਮ ਤਾਂ ਨਹੀਂ ਲਿਖਿਆ, ਪਰ ਸਾਫ਼ ਲਿਖਿਆ ਹੈ ਕਿ ਇੱਕ ਅਮੀਰ ਫੌਜ ਲੈ ਕੇ ਚੜ੍ਹ ਆਇਆ ਅਤੇ ਅਜੇ ਇੱਕ ਮੰਜ਼ਲ ਹੀ ਕੀਤੀ ਸੀ ਕਿ ਤਿਸ ਅਮੀਰ ਕੋ ਰੋਗ ਕਛ ਭਇਆ, ਬੜਾ ਰੋਗ ਤਹਾਂ ਹੀ ਮਰ ਗਿਆ। ਫਿਰ ਕੰਧਾਰ ਦੇ ਦੂਰੀਏ ਖਾਨ ਨੂੰ ਭੇਜਿਆ ਗਿਆ, ਪਰ ਉਸ ਨੂੰ ਸੁੱਤੇ ਹੀ ਦੁਸ਼ਮਣਾਂ ਨੇ ਕਤਲ ਕਰ ਦਿੱਤਾ। ਫੌਜ ਵਿੱਚ ਭਗਦੜ ਮਚ ਗਈ। ਤੀਜੀ ਵਾਰ ਸਹਾਰਨਪੁਰ ਦੇ ਨਾਹਰ ਖਾਨ ਨੇ ਚੜ੍ਹਾਈ ਕੀਤੀ। ਦਾਮਲਾ ਪਿੰਡ ਪੁੱਜਾ ਹੀ ਸੀ ਕਿ ਫੌਜਾਂ ਵਿੱਚ ਹੈਜੇ ਦੀ ਵਬਾ ਫੈਲ ਗਈ। ਕਿਤਨੇ ਹੀ ਥਾਂ ਮਰ ਗਏ ਅਤੇ ਬਾਕੀਆਂ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਹੁਣ ਤਾਂ ਜਿਸ ਨੂੰ ਵੀ ਹੁਕਮ ਹੋਵੇ ਉਹ ਟਲ ਜਾਏ ਜਾਂ ਮੁੜ ਜਾਵੇ। ਮੈਕਾਲਫ ਦੇ ਕਹਿਣ ਅਨੁਸਾਰ ਔਰੰਗਜ਼ੇਬ ਨੇ ਆਪਣੇ ਹੱਥੀਂ ਲਿਖੀ ਚਿੱਠੀ ਸ਼ਿਵ ਦਿਆਲ ਹੱਥ ਭੇਜੀ। ਸ਼ਿਵ ਦਿਆਲ ਨੇ ਕਿਹਾ ਕਿ ਗੁਰੂ ਨਾਨਕ ਦਾ ਘਰ ਬਿਲਾਗ ਸੱਚੇ ਫਕੀਰਾਂ ਦਾ ਹੈ। ਬੁੱਤ ਪ੍ਰਸਤੀ ਧੂਣੀ ਰਮਾਣੀ, ਕਬਰਾਂ ਪੂਜਣੀਆਂ, ਜਟਾਵਾਂ ਵਧਾਉਣੀਆਂ ਅਤੇ ਕੋਈ ਬਣਾਵਟ ਦੀ ਗੱਲ ਸਿੱਖ ਘਰ ਵਿੱਚ ਨਹੀਂ ਹੈ।
ਕੇਵਲ ਰੱਬ ਦੀ ਬੰਦਗੀ ਅਤੇ ਸ਼ੁਭ ਕਰਮ ਕਰਨਾ ਉਹਨਾਂ ਦਾ ਪੇਸ਼ਾ ਹੈ। ਚਿੱਠੀ ਵਿੱਚ ਇਹ ਵੀ ਲਿਖਿਆ, ਘਰ ਨਾਨਕ ਫਕਰ ਬਰਾਬਰ ਬੀਨ, ਕਹੇ ਮਦਦ ਦਾਰਾ ਕੀ ਕੀਨ। ਚਿੱਠੀ ਮਿਲਦੇ ਹੀ ਗੁਰੂ ਜੀ ਨੇ ਸੰਗਤ ਬੁਲਾਈ। ਵਿਚਾਰਾਂ ਹੋਈਆਂ। ਬਹੁਤਿਆਂ ਦਾ ਵਿਚਾਰ ਸੀ ਕਿ ਗੁਰੂ ਜੀ ਨੂੰ ਦਿੱਲੀ ਜਾਣਾ ਚਾਹੀਦਾ ਹੈ ਤਾਂ ਕਿ ਹੋਰ ਬਖੇੜਾ ਨਾ ਵਧੇ। ਮਹਾਰਾਜ ਨੇ ਵਿਚਾਰਾਂ ਸੁਣਨ ਪਿੱਛੋਂ ਨਿਰਣਾ ਦਿੱਤਾ ਕਿ ਜੋ ਤੁਸੀਂ ਕਹਿ ਰਹੇ ਹੋ ਇਹ ਕੋਝੀ ਰਾਜਨੀਤੀ ਹੈ ਅਤੇ ਮੈਂ ਧਰਮ ਕੀਤਾ ਹੋਇਆ ਹੈ ਅਤੇ ਸ਼ਾਤਰ ਔਰੰਗਜ਼ੇਬ ਦੇ ਮੂੰਹ ਨਹੀਂ ਲੱਗਣਾ। ਮਿਲਣਾ ਤਾਂ ਇੱਕ ਪਾਸੇ ਰਿਹਾ। ਡਰ ਡਰਾਵੇ ਹੱਲੇ ਹਮਲੇ ਗੁਰੂ ਘਰ ਦਾ ਕੁਝ ਨਹੀਂ ਵਿਗਾੜ ਸਕਦੇ। ਸਿਰ ਉੱਪਰ ਠਾਡਾ ਗੁਰਸੂਰਾ। ਫਿਰ ਮੇਰਾ ਉਸ ਨਾਲ ਕੋਈ ਵਾਸਤਾ ਵੀ ਨਹੀਂ ਹੈ। ਦੂਜੇ ਉਹ ਚਤੁਰਬਾਜ਼ ਹੈ। ਤੀਜੇ ਉਸਨੇ ਬਾਪ ਨੂੰ ਕੈਦੀ ਅਤੇ ਭਰਾਵਾਂ ਨੂੰ ਕਤਲ ਕਰਕੇ ਤਖਤ ਹਥਿਆਇਆ ਹੈ। ਐਸੇ ਨੂੰ ਮਿਲਣਾ ਸ਼ੋਭਾ ਨਹੀਂ ਦਿੰਦਾ। ਚੌਥੇ ਉਹ ਖੁਦਾ ਪ੍ਰਸਤ ਫਕੀਰਾਂ, ਸਾਧਾਂ ਅਤੇ ਦਾਰਾ ਵਰਗੇ ਸਾਧਕਾਂ ਨੂੰ ਚੁਣ ਚੁਣ ਕੇ ਕਤਲ ਕਰ ਰਿਹਾ ਹੈ। ਸੋ ਬਿਲਕੁਲ ਨਹੀਂ ਜਾਣਾ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਕੇਵਲ ਇਤਨਾ ਹੀ ਲਿਖਿਆ, ਤੁਮ ਸੋ ਹਮ ਸੋ ਨਾਹੀ ਕਛ ਕਾਮ, ਰਾਖੇ ਨਹੀਂ ਮੁਲਕ ਦੇਨੇ ਨਹੀਂ ਦਾਮ। ਚਿੱਠੀ ਪੜ੍ਹ ਔਰੰਗਜ਼ੇਬ ਬਹੁਤ ਸੱਟ ਪਟਾਇਆ। ਪੜ੍ਹ ਬਾਦਸ਼ਾਹ ਅਤ ਕ੍ਰੋਧ ਰਿਸਾਇਆ। ਦਰਬਾਰ ਵਿੱਚ ਕਿਹਾ, ਇੱਕ ਤਾਂ ਮੇਰਾ ਹੁਕਮ ਨਹੀਂ ਸੁਣਦੇ, ਦੂਜੇ ਦਾਰਾ ਮਰ ਗਏ ਦੀ ਸਿਫਤ ਕਰਦੇ ਹਨ। ਤੁਰੰਤ ਪੇਸ਼ ਹੋਣ ਲਈ ਕਿਹਾ ਜਾਏ। ਕੁਝ ਦਰਬਾਰੀਆਂ ਅਤੇ ਖਾਸ ਕਰ ਰਾਜਪੂਤ ਰਾਜਿਆਂ ਅਤੇ ਮਿਰਜ਼ਾ ਰਾਜਾ ਜੈ ਸਿੰਘ ਨੇ ਵੀ ਕਿਹਾ, ਨਿਮਰਤਾ ਸਾਹਿਤ ਲਿਖੋ ਤਾਂ ਉਹ ਜ਼ਰੂਰ ਆਉਣਗੇ। ਸੋ ਬਾਹਰ ਸਲੂਕ ਅੰਤਰ ਕਪਟ ਰੱਖ ਪ੍ਰੇਮ ਸਾਹਿਤ ਲਿਖਿਆ। ਬੂਟੇ ਸ਼ਾਹ ਤਰੀਖੇ ਪੰਜਾਬ ਵਿੱਚ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਉਣ ਦਾ ਇੱਕ ਕਾਰਨ ਇਹ ਲਿਖਦਾ ਹੈ ਕਿ ਇੱਕ ਦਿਨ ਔਰੰਗਜ਼ੇਬ ਨਿੱਜੀ ਸੇਵਕਾਂ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਕਿਹਾ ਕਿ ਉਸਨੇ ਬੜੇ ਬੜੇ ਰਿਆਜ਼ਾਂ ਕਰਨ ਵਾਲਿਆਂ ਨਾਲ ਮੁਲਾਕਾਤ ਕੀਤੀ ਹੈ, ਪਰ ਜਿਸ ਦੀ ਮੁਲਾਕਾਤ ਨਾਲ ਮਨ ਟਿਕੇ ਐਸਾ ਕੋਈ ਨਹੀਂ ਡਿੱਠਾ। ਇਹ ਸੁਣ ਇੱਕ ਨੇ ਕਿਹਾ, ਐਸਾ ਤਾਂ ਕੇਵਲ ਇੱਕ ਗੁਰੂ ਹਰਿਰਾਏ ਹੈ ਜਿਹੜਾ ਰੌਸ਼ਨ ਦਿਲ ਅਤੇ ਕਰਾਮਾਤੀ ਸ਼ਖਸੀਅਤ ਹੈ। ਸੋ ਇੱਕ ਚਿੱਠੀ ਬੜੀ ਨਿਮਰਤਾ ਨਾਲ ਲਿਖੀ ਅਤੇ ਮੁਲਾਕਾਤ ਦਾ ਬੇਹੱਦ ਸ਼ੌਂਕ ਦਰਸਾਇਆ। ਔਰੰਗਜ਼ੇਬ ਵੱਲੋਂ ਨਿਮਰਤਾ ਵਾਲੀ ਚਿੱਠੀ ਪਾ ਕੇ ਗੁਰੂ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਭੇਜਣ ਦਾ ਫੈਸਲਾ ਕੀਤਾ। ਬਾਬਾ ਜੀ ਦੀ ਉਮਰ 11 ਕੁ ਸਾਲਾਂ ਦੀ ਸੀ। ਗੁਣਾਂ ਨਾਲ ਉਹ ਭਰਪੂਰ ਸਨ ਅਤੇ ਗੁਰੂ ਮਿਹਰ ਸਦਕਾ ਸ਼ਕਤੀਆਂ ਦੇ ਵੀ ਮਾਲਕ ਬਣੇ। ਸੂਤੈ ਸਿੱਧ ਗੁਣ ਸਖਤ ਅਪਾਰ। ਗੁਰੂ ਹਰਿਰਾਏ ਜੀ ਨੇ ਰਹਿਮਤਾਂ ਕਰਦੇ ਕਿਹਾ ਕਿ ਬੇਟਾ ਮਨ ਵਿੱਚ ਸ਼ੰਕਾ ਨਹੀਂ ਲਿਆਉਣਾ, ਭੈ ਨਹੀਂ ਰੱਖਣਾ, ਕਰਾਮਾਤਾਂ ਨਹੀਂ ਦਿਖਲਾਉਣੀਆਂ, ਕਿਉਂਕਿ ਸਿੱਧ ਪ੍ਰਗਟ ਕਰਨੀ ਜਗਤ ਨਹੀਂ ਸੰਤਨ ਕੋ ਕਾਮ, ਨਹਿ ਕਾਮੀ ਨਿਰਭਗਤ ਸਦਾ ਸ਼ਾਂਤ ਸਹਿਜ ਸੁਖ ਧਾਮ। ਸ਼ਾਹ ਨੂੰ ਖੁਸ਼ ਕਰਨ ਲਈ ਖੁਸ਼ਾਮਦ ਕਦਾਚਿਤ ਨਹੀਂ ਕਰਨੀ। ਸ਼ਾਹ ਕੀ ਖੁਸ਼ਾਮਦ ਖੁਸ਼ੀ ਕੇ ਹੇਤ ਮਤ ਕਿਤ। ਔਰੰਗਜ਼ੇਬ ਜੋ ਪੂਛੇ ਸੋ ਸਤ ਕਹਿ ਦੀਜੇ, ਕਛ ਕਰਾਮਾਤ ਪ੍ਰਗਟ ਨਹੀਂ ਕੀਜੇ। ਤਵਾਰੀਖ ਗੁਰੂ ਖਾਲਸਾ ਦੇ ਕਥਨ ਅਨੁਸਾਰ ਸਿੱਖ ਘਰ ਦੀ ਪੂਰਨ ਮਰਿਆਦਾ ਸਮਝਾਈ ਅਤੇ ਥਾਪੀ ਦਿੰਦੇ ਕਿਹਾ, ਅਸੀਂ ਤੇਰੇ ਅੰਗ ਸੰਗ ਸਹਾਇਕ ਹਾਂ। ਤੇਰੀ ਰਸਨਾ ਪਰ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਨਿਵਾਸ ਕਰੇਗੀ। ਜੋ ਕੁਛ ਚਾਹੇਗਾ ਉਹ ਰੰਗ ਵਰਤ ਜਾਏਗਾ, ਪਰ ਸੰਭਲ ਕੇ ਵਰਤਣਾ। ਆਪਣੇ ਵੱਡਿਆਂ ਦੀ ਮਹਿਮਾ ਅਤੇ ਸੱਚਾਈ ਪ੍ਰਗਟ ਕਰਦੇ ਰਹਿਣਾ, ਡਰਨਾ ਨਹੀਂ। ਫਿਰ ਗੁਰੂ ਅਮਰਦਾਸ ਜੀ ਦਾ ਫਰਮਾਨ ਯਾਦ ਕਰ ਆਉਂਦਿਆਂ ਕਿਹਾ, ਤ੍ਰਿਸ਼ਨਾ ਦਾ ਤਿਆਗਣਾ ਅਤੇ ਰੱਬ ਦੇ ਭੈ ਵਿੱਚ ਰਹਿਣਾ ਹੀ ਸ੍ਰੇਸ਼ਟ ਕਰਨੀ ਹੈ। ਤ੍ਰਿਸ਼ਨਾ ਛੋੜੇ ਭੈ ਵਸੇ ਨਾਨਕ ਕਰਨੀ ਸਾਰ। ਰਾਮ ਰਾਏ ਜੀ ਨਾਲ ਭਾਈ ਬਹਿਲੋ ਦੇ ਪੋਤਰੇ ਭਾਈ ਤਾਰਾ ਅਤੇ ਭਾਈ ਗੁਰਦਾਸ ਜੀ ਘੱਲੇ। ਭਾਈ ਬਹਿਲੋ ਦੀ ਨਿਸ਼ਕਾਮ ਕਰਨੀ ਦੇਖ ਗੁਰੂ ਅਰਜਨ ਦੇਵ ਜੀ ਨੇ ਬਹਿਲੋ ਸਭ ਤੋਂ ਪਹਿਲੋਂ ਕਹਿ ਕੇ ਸਨਮਾਨਿਆ ਸੀ। ਮਹਾਨ ਕੋਸ਼ ਦਾ ਕਹਿਣਾ ਹੈ ਕਿ ਭਾਈ ਗੁਰਦਾਸ ਰਾਮ ਰਾਏ ਦਾ ਮੁਸਾਹਿਬ ਸੀ। ਇਹ ਵੀ ਵੱਡੇ ਵਿਦਵਾਨ ਸਨ। ਰਾਮ ਰਾਏ ਦੇ ਅਕਾਲ ਚਲਾਣੇ ਪਿੱਛੋਂ ਦਸ਼ਮੇਸ਼ ਪਿਤਾ ਦੀ ਸੇਵਾ ਵਿੱਚ ਰਹੇ। ਭਾਈ ਤਾਰਾ ਗੁਰਦਾਸ ਜੀ ਦਾ ਛੋਟਾ ਭਾਈ ਸੀ। ਧਨੁੱਖ ਵਿੱਦਿਆ ਵਿੱਚ ਨਿਪੁੰਨ ਸੀ। ਸੂਰਜ ਪ੍ਰਕਾਸ਼ ਦੇ ਕਥਨ ਅਨੁਸਾਰ ਇਹ ਦੋਵੇਂ ਹੀ ਨਾਲ ਗਏ ਸਨ। ਭਾਈ ਬਹਿਲੋ ਕੇ ਗੁਰਦਾਸ ਅਰ ਦੂਸਰ ਤਾਰਾ ਪਿਖਪਾਸ। ਪਰ ਸਿੱਖ ਇਤਿਹਾਸ ਨੇ ਦੋ ਹੋਰ ਨਾਵਾਂ ਕੁੜਾਣੀ ਦੇ ਭਾਈ ਪੰਜਾਬਾ ਅਤੇ ਜੋਗੀ ਖੁਸ਼ਹਾਲੀ ਦਾ ਵੀ ਜ਼ਿਕਰ ਕੀਤਾ ਹੈ। 25 ਸਵਾਰ ਅਤੇ 50 ਕੁ ਹੋਰ ਆਦਮੀ ਵੀ ਨਾਲ ਗਏ ਸਨ। ਬਖਤ ਮੱਲ ਨੇ ਲਿਖਿਆ ਹੈ ਕਿ ਔਰੰਗਜ਼ੇਬ ਨੇ ਗੁਰੂ ਹਰਿਰਾਏ ਜੀ ਦੀ ਕਰਾਮਾਤੀ ਸ਼ਕਤੀ ਬਾਰੇ ਜਦ ਸੁਣਿਆ ਪੇਖਿਆ ਤਾਂ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ। ਕੁਝ ਵੀ ਹੋਵੇ ਗੁਰੂ ਜੀ ਨੇ ਆਪੂ ਨਾ ਜਾਣ ਦਾ ਫੈਸਲਾ ਕੀਤਾ ਅਤੇ ਰਾਮ ਰਾਏ ਜੀ ਰੋਪੜ, ਖਰੜ, ਕਢੂਏ, ਬਹੋਂ, ਸ਼ਾਹਬਾਦ, ਥਾਣੇਸਰ, ਪਾਣੀਪਤ ਹੁੰਦੇ ਦਿੱਲੀ ਪੁੱਜੇ ਅਤੇ ਟਿਕਾਣਾ ਮਜਨੂ ਟਿੱਲਾ ਕੀਤਾ। ਔਰੰਗਜ਼ੇਬ ਨਾਲ ਮੁਲਾਕਾਤ ਹੋਈ ਅਤੇ ਰਾਮ ਰਾਏ ਜੀ ਦੇ ਚਿਹਰੇ ਦੇ ਪ੍ਰਤਾਪ ਤੋਂ ਔਰੰਗਜ਼ੇਬ ਪ੍ਰਭਾਵਿਤ ਹੋਇਆ। ਰਾਮ ਰਾਏ ਔਰੰਗਜ਼ੇਬ ਦੀ
ਹਰ ਪੁੱਛ ਦਾ ਉੱਤਰ ਬਹੁਤ ਹੀ ਸੁਚੱਜੇ ਢੰਗ ਨਾਲ ਦੇ ਰਹੇ ਸਨ। ਦਰਬਾਰ ਵਿੱਚ ਆਦਰ ਵੀ ਪੂਰਾ ਮਿਲ ਰਿਹਾ ਸੀ, ਪਰ ਛੇਤੀ ਹੀ ਸ਼ਾਹੀ ਪ੍ਰਭਾਵ ਪੈਣ ਲੱਗਾ ਅਤੇ ਟਾਕਰੇ ਤੇ ਉਹਨਾਂ ਕਰਾਮਾਤਾਂ ਦਾ ਸਹਾਰਾ ਲਿਆ। ਪਹਿਲਾਂ ਤਿਲਕਣਾ ਇਹੀ ਹੀ ਸੀ। ਜਦ ਕੋਈ ਸੱਚ ਦੀ ਥਾਂ ਕਰਾਮਾਤ ਦਾ ਸਹਾਰਾ ਲੈਂਦਾ ਹੈ ਤਾਂ ਭਾਵ ਇਹ ਹੀ ਹੁੰਦਾ ਹੈ ਕਿ ਉਸ ਨੂੰ ਸੱਚ ਤੇ ਵਿਸ਼ਵਾਸ ਨਹੀਂ ਰਿਹਾ। ਜਿਵੇਂ ਕੋਈ ਗੱਲਬਾਤ ਹੁੰਦੀ ਹੋਵੇ ਤਾਂ ਡਾਂਗ ਸੋਟਾ ਅਤੇ ਘਸੁੰਨ ਚਲਾ ਦੇਵੇ, ਕਰਾਮਾਤ ਵੀ ਐਸੀ ਹੀ ਹੈ। ਅਖਾਣ ਵੀ ਹੈ ਕਿ ਵਿਚਾਰ ਕਰਦੇ ਜਿਸ ਦਾ ਮੂੰਹ ਲਾਲ ਹੋ ਜਾਏ ਉਸਨੂੰ ਕਮਜ਼ੋਰ ਜਾਣੋ। ਇਹ ਕਰਾਮਾਤਾਂ ਦਿਖਲਾਉਣੀਆਂ ਕਮਜ਼ੋਰੀ ਦਾ ਹੀ ਚਿੰਨ੍ਹ ਸਨ। ਬਹੁਤ ਕਰਾਮਾਤਾਂ ਰਾਮ ਰਾਏ ਜੀ ਨੇ ਦਿਖਲਾਈਆਂ। ਸਿੱਖ ਇਤਿਹਾਸ ਨੇ ਹਰ ਇੱਕ ਕਰਾਮਾਤ ਦਾ ਵੇਰਵਾ ਦਿੱਤਾ ਹੈ। ਸੰਖੇਪ ਕਰਕੇ ਉਹਨਾਂ ਨੂੰ ਇੰਜ ਦੱਸਿਆ ਜਾ ਸਕਦਾ ਹੈ। ਪਹਿਲਾਂ ਮੋਇਆ ਹੋਇਆ ਬੱਕਰਾ ਜਵਾਲ ਦਿੱਤਾ। ਫਿਰ ਜਦ ਖੂਹ ਤੇ ਚਾਦਰ ਵਿਛਾਈ ਤਾਂ ਰਾਮ ਰਾਏ ਬੈਠ ਗਏ, ਪਰ ਚਾਦਰ ਨਾ ਢਲਕੀ। ਜ਼ਹਿਰ ਦੀ ਪੋਸ਼ਾਕ ਭੇਜੀ ਗਈ, ਪਰ ਰਾਮ ਰਾਏ ਤੇ ਕੋਈ ਅਸਰ ਨਾ ਹੋਇਆ। ਹਰਮ ਵਿੱਚ ਜੋ ਹੋ ਰਿਹਾ ਸੀ ਇੰਨ ਬਿੰਨ ਕਹਿ ਦਰਸਾਇਆ। ਪਦਮਨੀ ਵਿਖਾਲ ਦਿੱਤੀ। 2 ਚੰਨ ਇੱਕ ਵਾਰੀ ਚੜੇ ਦਿਖਾਲ ਦਿੱਤੇ। ਕਾਜੀ ਦੇ ਘਰਦਿਆਂ ਦੀ ਕੁਟਲਤਾ ਦੱਸੀ। ਪਾਲਕੀ ਤੇ ਬਿਨਾਂ ਕਹਾਰਾਂ ਚੜ੍ਹ ਕੇ ਸ਼ਾਹੀ ਦਰਬਾਰ ਆ ਗਏ। ਸ਼ਾਹੀ ਖਜ਼ਾਨੇ ਦਾ ਸ਼ੁਮਾਰ ਤੇ ਵੇਰਵਾ ਦੇ ਦਿੱਤਾ। ਬਾਜ ਦਾ ਪਿਛਲਾ ਜਨਮ ਦੱਸਿਆ। ਸ਼ਿਕਾਰ ਬਾਰੇ ਭਵਿੱਖਬਾਣੀ ਕੀਤੀ ਕਿ ਮਿਲੇਗਾ ਨਹੀਂ। ਔਰੰਗਜ਼ੇਬ ਦਾ ਵੀ ਪਿਛਲਾ ਜਨਮ ਬਾਘ ਹੋਣਾ ਦੱਸਿਆ। ਵਹਿਸ਼ਤ ਦੇ ਫੁੱਲ ਲਿਆ ਕੇ ਦਿੱਤੇ, ਪਰ ਬਾਦਸ਼ਾਹ ਨਾ ਖਾ ਸਕਿਆ। ਅਲੰਕਾਰਾਂ ਦੀਆਂ ਦਾੜੀਆਂ ਰੁਮਾਲ ਫੇਰ ਕੇ ਕਾਲੀਆਂ ਕਰ ਦਿੱਤੀਆਂ। ਬਿਨਾਂ ਬੇੜੀ ਦਰਿਆ ਪਾਰ ਕੀਤਾ। ਗੜੇ ਪੈਂਦੇ ਤੇ ਸ਼ਾਹ ਨੂੰ ਬਚਾਇਆ। ਜਮਨਾ ਦੀ ਰੇਤ ਤੇ ਅੱਗ ਵਰਸਾਈ। ਨਿੰਦਕ ਮੌਲਵੀ ਦੀ ਜ਼ਬਾਨ ਹੀ ਖਿੱਚ ਲਈ। ਟਿੱਡੀ ਦਲ ਨੂੰ ਹਮਲਾ ਕਰਨ ਤੋਂ ਰੋਕਿਆ। ਸਤਨਾਮ ਕਹਿ ਕੇ ਸ਼ਹਿਜ਼ਾਦੇ ਦਾ ਬੁਖਾਰ ਉਤਾਰਿਆ। ਦਿਨੇ ਤਾਰੇ ਦਿਖਾਏ। ਚੋਪੜ ਦੀਆਂ ਸਾਰੀਆਂ ਬਾਜ਼ੀਆਂ ਜਿੱਤੀਆਂ। ਵਬਾ ਨੂੰ ਫੈਲਣ ਤੋਂ ਰੋਕਿਆ। ਮੇਘ ਮਾਲਾ ਫੈਲਾ ਦਿੱਤੀ। ਜਦ ਔਰੰਗਜ਼ੇਬ ਕੜਕਦੀ ਧੁੱਪ ਵਿੱਚ ਦੁਖੀ ਡਿੱਠਾ। ਬੇਗਮ ਦੇ ਜਣੇਪੇ ਦੇ ਦੁੱਖ ਦੂਰ ਕੀਤੇ। ਸ਼ਾਹੀ ਪਹਿਲਵਾਨ ਰੁਸਤਮ ਨੂੰ ਨਾਮਾਲੂਮ ਪਹਿਲਵਾਨ ਕੋਲੋਂ ਹਰਵਾਇਆ। ਉਮਰਾਵ ਨੂੰ ਇੱਕ ਮਾੜਕੂਏ ਜਿਹੇ ਜੱਟ ਕੋਲੋਂ ਹਾਰ ਦਿਲਵਾਈ। ਇੱਕ ਪੀਰ ਗੌਸ ਮੁਹੰਮਦ ਦਾ ਮਰਨਾ ਦੱਸਿਆ। ਲੜਕੀ ਨੂੰ ਲੜਕਾ ਕਰ ਦਿੱਤਾ। ਬਾਦਸ਼ਾਹ ਨਾਲ ਸੁਪਨੇ ਵਿੱਚ ਜੋ ਵਾਪਰੀ ਦੱਸੀ। ਤੂਫਾਨਾਂ ਵਿੱਚੋਂ ਬੇੜੀ ਕੱਢੀ। ਦਰਬਾਰ ਵਿੱਚ ਹੀ ਗੁਪਤ ਪ੍ਰਗਟ ਹੋ ਕੇ ਅਚਰਜ ਕੀਤਾ। ਮੱਕੇ ਦੇ ਪ੍ਰਤੱਖ ਦਰਸ਼ਨ ਕਰਵਾਏ। ਦੇਸ਼ ਦੇ ਕਿਲਿਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਦੱਸੀਆਂ। ਮੋਇਆ ਪੁੱਤਰ ਜਿਵਾਲਿਆ। ਮੋਈ ਹੋਈ ਗਾਂ ਜਿੰਦਾ ਕੀਤੀ। ਗੁੰਮੀ ਤਸਬੀਹ ਲੱਭ ਦਿੱਤੀ। ਰਾਹ ਦਾ ਖਾਧਾ ਦੱਸਿਆ। ਕਾਬਲ ਦੇ ਮੇਵੇ ਲਿਆ ਖੁਆਏ। ਸੁੱਕਾ ਪਿੱਪਲ ਹਰਾ ਕਰ ਦਿੱਤਾ। ਹੰਸ ਮੋਤੀ ਚੁੱਕਣ ਆਏ। ਬਣਾਵਟੀ ਮੋਤੀ ਵੇਚਣ ਵਾਲੇ ਸੌਦਾਗਰ ਨੂੰ ਪਕੜਿਆ। 11 ਦਿਨ ਸਮਾਧੀ ਲਗਾਈ ਰੱਖੀ। ਗੁਟਕੇ ਦਾ ਨਿਰਾਦਰ ਨਹੀਂ ਹੋਣ ਦਿੱਤਾ। ਚੌਂਕੀ ਹੇਠਾਂ ਪੱਤਰੇ ਪ੍ਰਗਟ ਕਰ ਦਿੱਤੇ। ਦਰਿਆਈ ਘੋੜਾ ਮੰਗਵਾ ਦਿੱਤਾ। ਇੱਕ ਮਾਲਾ ਦੀਆਂ 2 ਮਾਲਾਂ ਦਿਖਾ ਦਿੱਤੀਆਂ। ਮਸੀਤ ਨੂੰ ਹੀ ਉਂਗਲੀ ਤੇ ਚੁੱਕ ਦਿਖਾਇਆ। ਸ਼ੇਰ ਦੀ ਸਵਾਰੀ ਕੀਤੀ। ਮੋਤੀ ਮਸਜਿਦ ਫਿਰਦੀ ਦਿਖਾਈ। ਬੰਦੀ ਵਿੱਚੋਂ ਬਾਹਰ ਨਿਕਲ ਆਏ। ਸ਼ਾਹੀ ਖਾਣੇ ਵਿੱਚ ਕੀੜੇ ਮਕੌੜੇ ਦਿਖਾਏ। ਜੇਬੁਲ ਨਿਸ਼ਾ ਨੂੰ ਰਾਜੀ ਕੀਤਾ। ਸ਼ੇਰ ਨੇ ਰਾਮ ਰਾਏ ਅੱਗੇ ਸਿਰ ਝੁਕਾਇਆ। ਕਿਲੇ ਦੇ ਜਿੰਦਰੇ ਤੋੜੇ। ਬੇਮੌਸਮੇ ਅੰਬ ਖਵਾਏ। ਗੰਜੇ ਨੂੰ ਵਾਲ ਦਿੱਤੇ। ਔੜ ਪਈ ਵਿੱਚ ਵਰਖਾ ਕੀਤੀ। ਸੱਪਾਂ ਦਾ ਜ਼ਹਿਰ ਨਾ ਚੜ੍ਹਿਆ। ਮੋਈਆਂ ਹੋਈਆਂ ਚਿੜੀਆਂ ਜਵਾਲ ਦਿੱਤੀਆਂ। ਕੱਦੂ ਨੂੰ ਅੰਗੂਰ ਬਣਾ ਅਤੇ ਮੂੰਹ ਮੰਗੀਆਂ ਇਲਾਕਿਆਂ ਦੀਆਂ ਵਸਤੂਆਂ ਪੇਸ਼ ਕੀਤੀਆਂ। ਮਥੁਰਾ ਦੇ ਪੇੜੇ, ਸੁਨਾਮ ਦੇ ਝਿੰਗਵੜੇ, ਰਿਉੜੀ ਰੋਹਤਕ ਦੀ, ਕਚੌਰੀ ਪਟਨੇ ਦੀ, ਕੜਾਹ ਅੰਮ੍ਰਿਤਸਰੋਂ, ਗਨੇਰੀ ਸਹਾਰਨਪੁਰ ਦੀ, ਮਾਲਵੇ ਦੇ ਅੰਬ, ਨਾਗਪੁਰ ਦੇ ਪਾਨ ਆਦਿ। ਇਹ ਸਭ ਦਰਸਾਉਂਦਾ ਹੈ ਕਿ ਰਾਮ ਰਾਏ ਔਰੰਗਜ਼ੇਬ ਦਾ ਖੁਸ਼ਾਮਦੀ ਹੋ ਗਿਆ ਸੀ ਅਤੇ ਅਨੁਸਾਰੀ ਵੀ। ਗੁਰੂ ਹਰ ਰਾਏ ਜੀ ਪਾਸ ਖਬਰਾਂ ਪੁੱਜ ਰਹੀਆਂ ਸਨ। ਗੁਰੂ ਪਾਤਸ਼ਾਹ ਨੇ ਤਾਂ ਇੱਕ ਕਰਾਮਾਤ ਦਿਖਾਉਣ ਤੇ ਆਪਣੀ ਅਸੰਮਤੀ ਅਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਉਹ ਇਹ ਸਭ ਸੁਣ ਕੇ ਕਿਵੇਂ ਬਰਦਾਸ਼ਤ ਕਰ ਸਕਦੇ ਸਨ, ਪਰ ਹੱਦ ਉਸ ਸਮੇਂ ਛੂਹੀ ਗਈ ਜਦ ਡਰਦੇ ਖੁਸ਼ਾਮਦੀ ਰਾਮ ਰਾਏ ਨੇ ਔਰੰਗਜ਼ੇਬ ਦੀ ਇੱਕ ਪੁੱਛ ਦੇ ਉੱਤਰ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹੀ ਉਲਟਾ ਦਿੱਤੇ। ਵਾਰਤਾ ਇਸ ਤਰ੍ਹਾਂ ਹੋਈ। ਔਰੰਗਜ਼ੇਬ ਨੇ ਗੁਰੂ ਨਾਨਕ ਦੇਵ ਜੀ ਦੇ ਵਾਕ ਮਿੱਟੀ ਮੁਸਲਮਾਨ ਕੀ ਪੈੜੇ ਪਈ ਕੁਮਾਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ ਦੇ ਅਰਥ ਪੁੱਛੇ। ਇਤਨੀਆਂ ਕਰਾਮਾਤਾਂ ਦਿਖਾਉਣ ਵਾਲੇ ਨੂੰ ਕੋਈ ਕਠਿਨ ਨਹੀਂ ਸੀ ਕਿ ਉਹ ਕਬਰਾਂ ਸੜਦੀਆਂ ਵੀ ਦਿਖਲਾ ਦਿੰਦਾ ਜਾਂ ਅਰਥ ਸਮਝਾ ਦਿੰਦਾ ਕਿ ਗੁਰੂ ਨਾਨਕ ਜੀ ਨੇ ਇਸ ਮਨੌਤ ਦੀ ਕਿ ਰੂਹ ਕਬਰ ਵਿੱਚ ਦੱਬੀ ਨਹੀਂ ਰਹਿੰਦੀ ਤੇ ਮਿੱਠੀ ਟਕੋਰ ਕਰ ਰਹੇ ਹਨ। ਮੁਸਲਮਾਨਾਂ ਦਾ ਅਕੀਦਾ ਹੈ ਕਿ ਰੂਹ ਕਬਰ ਨਾਲ ਹੀ ਦੱਬੀ ਜਾਂਦੀ ਹੈ ਅਤੇ ਕਈ ਸਦੀਆਂ ਦੱਬੀ ਰਹੇਗੀ। ਹਸ਼ਰ ਵਾਲੇ ਦਿਨ ਇਹ ਰੂਹਾਂ ਕਬਰ ਵਿੱਚੋਂ ਨਿਕਲਣਗੀਆਂ ਅਤੇ ਹਿਸਾਬ ਹੋਣਗੇ। ਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਜੇ ਇਹ ਸੱਚ ਹੈ ਤਾਂ ਸਮਾਂ ਗੁਜ਼ਰਨ ਬਾਅਦ ਕੋਈ ਕੁਮਾਰ ਕਬਰ ਤੋਂ ਹੀ ਮਿੱਟੀ ਚੀਕਣੀ ਜਾਣ ਲੈ ਆਵੇ ਅਤੇ ਭਾਂਡੇ
ਘੜ ਪਕਾਉਣ ਲਈ ਆਵੀ ਵਿੱਚ ਪਾ ਦੇਵੇ ਤਾਂ ਰੂਹਾਂ ਨੂੰ ਤਾਂ ਚੀਕਾਂ ਮਾਰਨੀਆਂ ਚਾਹੀਦੀਆਂ ਹਨ, ਪਰ ਅਜਿਹਾ ਤਾਂ ਨਹੀਂ ਹੁੰਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਐਸੀ ਹੀ ਇੱਕ ਮਿੱਠੀ ਚੋਟ ਪਿਤਰਾਂ ਨੂੰ ਦਾਨ ਦੇਣ ਵਾਲੇ ਕਰਮ ਤੇ ਕੀਤੀ ਸੀ। ਜਦ ਉਹਨਾਂ ਉਚਾਰਿਆ ਸੀ, ਜੇ ਮੌਕਾ ਘਰ ਮੂਹੇ ਪਿਤਰੀ ਦੇਈ, ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੀ। ਕੋਈ ਪਿਤਰਾਂ ਨੂੰ ਪਹੁੰਚਾਉਣ ਲਈ ਵਸਤੂ ਸੰਨ ਮਾਰ ਕੇ ਜਾਂ ਚੁਰਾ ਕੇ ਕਿਸੇ ਹੋਰ ਘਰੋਂ ਲੈ ਆਵੇ ਤੇ ਪੰਡਤ ਦੇ ਕਹੇ ਅਨੁਸਾਰ ਦਾਨ ਕਰ ਦੇਵੇ ਤਾਂ ਉਹ ਵਸਤੂ ਉਸ ਦੇ ਪਿੱਤਰ ਨੂੰ ਦਰਗਾਹ ਵਿੱਚ ਮਿਲ ਜਾਏਗੀ। ਉੱਥੇ ਦਰਗਾਹ ਵਿੱਚ ਸੁਭਾਵਿਕ ਹੈ ਕਿ ਚੋਰੀ ਕੀਤੇ ਘਰੋਂ ਵੀ ਕੋਈ ਪਿੱਤਰ ਹੋਣਗੇ। ਉਹ ਆਪਣੇ ਘਰੋਂ ਚੋਰੀ ਕੀਤੀ ਵਸਤੂ ਸਿਆਣ ਲਵੇਗਾ ਅਤੇ ਉੱਥੇ ਖੂਬ ਗੱਤ ਬਣੇਗੀ ਉਸ ਪਿੱਤਰ ਦੀ ਜਿਸ ਨੂੰ ਉਹ ਵਸਤੂਆਂ ਪਹੁੰਚਾਈਆਂ ਗਈਆਂ ਹੋਣਗੀਆਂ, ਅਤੇ ਦਲਾਲ ਬ੍ਰਾਹਮਣ ਦੇ ਹੱਥ ਵੀ ਵੱਢੇ ਜਾਣਗੇ। ਇਹ ਹੀ ਇਨਸਾਫ ਦਾ ਤਕਾਜ਼ਾ ਹੈ। ਗੱਲ ਅਸਲ ਵਿੱਚ ਇਹ ਹੈ, ਨਾਨਕ ਅੱਗੇ ਸੋ ਮਿਲੇ ਜੋ ਖਟੇ ਘਾਲੇ ਦੇਈ। ਰਾਮ ਰਾਏ ਨੇ ਕੋਈ ਠੋਸ ਗੱਲ ਕਹਿਣ ਦੀ ਥਾਵੇਂ ਗੁਰੂ ਪਾਤਸ਼ਾਹ ਦੇ ਵਾਕ ਹੀ ਬਦਲ ਦਿੱਤੇ ਤੇ ਕਿਹਾ, ਅਸੀਂ ਇਹ ਤਾਂ ਨਹੀਂ ਪੜ੍ਹਦੇ, ਅਸੀਂ ਤਾਂ ਇਹ ਪੜ੍ਹਦੇ ਹਾਂ। ਮਿੱਟੀ ਬੇਈਮਾਨ ਕੀ ਪੈੜੇ ਪਈ ਕੁਮਾਰ। ਔਰੰਗਜ਼ੇਬ ਦੀ ਤਸੱਲੀ ਤਾਂ ਹੋ ਗਈ, ਪਰ ਗੁਰੂ ਪਾਤਸ਼ਾਹ ਇਹ ਸਭ ਸੁਣ ਬਹੁਤ ਹੀ ਰਿਸਾਏ। ਰਾਮ ਰਾਏ ਨੇ ਨਵੇਂ ਬਣੇ ਖੁਸ਼ਾਮਦੀ ਸੁਭਾਅ ਮੁਤਾਬਿਕ ਔਰੰਗਜ਼ੇਬ ਨੂੰ ਖੁਸ਼ ਵੀ ਕਰ ਲਿਆ, ਪਰ ਜਦ ਗੁਰੂ ਹਰ ਰਾਏ ਸਾਹਿਬ ਨੂੰ ਖਬਰ ਪੁੱਜੀ ਤਾਂ ਉਹਨਾਂ ਫਰਮਾਇਆ ਕਿ ਗੁਰੂ ਨਾਨਕ ਦੇਵ ਜੀ ਦੇ ਵਾਕ ਅਟੱਲ ਹਨ, ਉਹਨਾਂ ਨੂੰ ਨਾ ਕੋਈ ਬਦਲ ਸਕਦਾ ਹੈ ਤੇ ਨਾ ਹੀ ਕਿਸੇ ਨੂੰ ਹੱਕ ਹੈ। ਇਹ ਕੰਗਾਲ ਬੁੱਧੀਜੀਵੀ ਵਾਲੇ ਰਾਮ ਰਾਏ ਨੇ ਬਹੁਤ ਹੀ ਕੋਝਾਕਾਰਾ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਹੈ। ਰਾਮ ਰਾਏ ਇਸ ਯੋਗ ਨਹੀਂ ਹੈ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ ਸਕੇ। ਰਾਮ ਰਾਏ ਸ਼ਾਹੀ ਰੋਹਬ ਹੇਠ ਆ ਗਿਆ। ਕਮਜ਼ੋਰ ਮਨ ਹੈ। ਗੁਰੂ ਘਰ ਸੁਤੰਤਰ ਹੈ। ਐਸ਼ਾਂ ਵਿੱਚ ਪੈ ਕੇ ਗੁਰੂ ਆਸ਼ੇ ਨੂੰ ਹੀ ਭੁੱਲ ਗਿਆ ਹੈ। ਹੁਣ ਹੁਕਮ ਇਹ ਹੈ ਕਿ ਸਾਡੇ ਮੱਥੇ ਨਾ ਲੱਗੇ, ਜਿੱਧਰ ਮੂੰਹ ਹੈ ਉੱਧਰ ਹੀ ਟੁਰ ਜਾਏ। ਬੇਸ਼ੱਕ ਤੁਰਕਾਂ ਦੀ ਮਾਇਆ ਪ੍ਰਾਪਤੀ ਕਰ ਐਸ਼ਾ ਕਰੇ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਇਹ ਹੀ ਫਰਮਾਇਆ। ਉਹ ਹੁਣ ਸਾਨੂੰ ਪਿਆਰਾ ਨਹੀਂ ਲੱਗ ਸਕਦਾ। ਉਸਨੇ ਗੁਰੂ ਦਾ ਬਚਨ ਬਦਲਿਆ ਹੈ। ਹੁਕਮਨਾਮਾ ਲਿਖ ਭੇਜਿਆ ਕਿ ਤੂੰ ਬਹੁਤ ਬੁਰਾ ਕੀਤਾ ਹੈ। यह सतगुर बचन काहे कोटारा, अब मोको नहीं लगे प्यारा। लिख हुक्मनामा सतगुर पठाया, तुम भला नहीं किया, हमको नहीं पाया। ਇਹ ਵੀ ਫਰਮਾਇਆ ਕਿ ਅਰਥ ਉਲਟ ਕਰਨ ਦਾ ਭੈੜਾ ਕਰਮ ਸਭ ਕੁਝ ਰਾਮ ਰਾਏ ਨੇ ਸ਼ਾਹ ਦੀ ਖੁਸ਼ਾਮਦੀ ਲਈ ਕੀਤਾ ਹੈ, ਤਾਂ ਕਿ ਧਨ ਧਰਤੀ ਪ੍ਰਾਪਤ ਹੋ ਜਾਏ। ਮੈਨੂੰ ਬਹੁਤ ਹੀ ਮਾੜਾ ਲੱਗਾ ਹੈ। ਬਾਬਾ ਰਾਮ ਰਾਏ ਨੇ ਵੀ ਪਿੱਛੋਂ ਔਰੰਗਜ਼ੇਬ ਨੂੰ ਇੱਕ ਪੁੱਛ ਦੇ ਉੱਤਰ ਵਿੱਚ ਕਿ ਉਸ ਨੂੰ ਕਿਉਂ ਗੁਰਗੱਦੀ ਨਹੀਂ ਮਿਲੀ ਕਿਹਾ ਸੀ ਕਿ ਮੈਂ ਉਹ ਕੁਝ ਹੀ ਕਰਨ ਲੱਗ ਪਿਆ ਸੀ ਜੋ ਤੂੰ ਕਹਿੰਦਾ ਹੈ। ਪਿਤਾ ਜੀ ਨੂੰ ਸਾਰੀ ਖਬਰ ਪੁੱਜ ਰਹੀ ਸੀ। ਉਹਨਾਂ ਨੂੰ ਇਹ ਨਹੀਂ ਪਾਇਆ। ਜਯੋ ਜਯੋ ਤੁਮ ਫਰਮਾਇਸ਼ ਕੀਨਸ, ਅਜਮਤ ਬਲ ਤੇ ਹਮ ਕਰ ਦੀਨਸ। ਪਿਤਾ ਸਮੀਪ ਜਾਤ ਸੁਧ ਸਾਰੀ, ਤਿਨਹੁ ਬਾਤ ਨਹੀਂ ਨੀਕੀ ਵਿਚਾਰੀ। ਸਤਵੇਂ ਪਾਤਸ਼ਾਹ ਦੇਖ ਰਹੇ ਸਨ ਕਿ ਜਿਸ ਨੇ ਜਗਤ ਲਈ ਪੂਰਨੇ ਪਾਉਣੇ ਹਨ, ਜੇ ਉਹ ਹੀ ਖੁਸ਼ਾਮਦੀ ਹਿਰਸੀ ਕਾਇਰ ਅਤੇ ਬਾਦਸ਼ਾਹ ਦਾ ਅਨੁਸਾਰੀ ਹੋ ਗਿਆ ਹੈ ਤਾਂ ਉਹ ਸਿੱਖਾਂ ਵਿੱਚ ਸਾਹਸ ਅਤੇ ਨਿਡਰਤਾ ਕਿਵੇਂ ਭਰੇਗਾ। ਬਾਬਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਤਾਂ ਬਿਲਾਵਲ ਮਹਿਲਾ 7 ਦੇ ਨਾਂ ਹੇਠ ਵਾਕ ਪੀਰ ਦੀ ਲਿਖ ਕੇ ਨੀਵੇਂਪਣ ਦੀ ਹੱਦ ਕਰ ਦਿੱਤੀ ਸੀ। ਕਈਆਂ ਦਾ ਵਿਚਾਰ ਹੈ ਕਿ ਗੁਰੂ ਹਰ ਰਾਏ ਜੀ ਨੇ ਸਿਰਫ ਇਸ ਲਈ ਬਾਣੀ ਨਹੀਂ ਰਚੀ ਕਿਉਂਕਿ ਮਹਿਲਾ 7 ਹੇਠ ਮਿਹਰਬਾਨ ਕਵਿਤਾ ਰਚ ਰਚ ਭੁਲੇਖਾ ਪਾ ਰਿਹਾ ਸੀ। ਸਿੱਖਾਂ ਨੂੰ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਗੁਰੂ ਹਰ ਰਾਏ ਜੀ ਨੇ ਮਹੱਲਾ 7 ਹੇਠ ਲਿਖਿਆ ਕੋਈ ਸ਼ਬਦ ਨਹੀਂ ਉਚਾਰਿਆ। ਇਹ ਵੀ ਇੱਕ ਪ੍ਰਕਾਰ ਦੀ ਨਿਮਰਤਾ ਤੇ ਕੁਰਬਾਨੀ ਹੀ ਸੀ। ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਇਹ ਵੀ ਲਿਖਿਆ ਹੈ ਕਿ ਮਹਾਰਾਜ ਨੇ ਰਾਮ ਰਾਏ ਨੂੰ ਵੀ ਇਹ ਹੀ ਲਿਖਿਆ ਕਿ ਦੇਖ ਵੱਡਿਆਂ ਵੱਲ ਗੁਰੂ ਅਰਜਨ ਆਪਣਾ ਬਚਨ ਨਾ ਪਲਟਾਇਆ। ਕਸ਼ਟ ਸਹਾਰੇ ਸਿਰ ਦੇ ਦਿੱਤਾ, ਤੈਨੂੰ ਤਾਂ ਕਸ਼ਟ ਕੋਈ ਨਹੀਂ ਸੀ, ਤੂੰ ਧਰਮ ਛੱਡ ਦਿੱਤਾ। ਬਾਦਸ਼ਾਹ ਕੋ ਖੁਸ਼ ਰੱਖਣ ਹਿੱਤ ਕੀਨ ਲਿਹਾਜ਼ ਉਚਾਰਿਓ ਐਸ਼। ਗੁਰੂ ਹਰ ਰਾਏ ਜੀ ਆਪੂ ਬਾਣੀ ਦਾ ਬੇਇੰਤਹਾ ਅਦਬ ਕਰਦੇ ਸਨ। ਉਹ ਬਾਣੀ ਦੇ ਬਦਲਾਏ ਜਾਣ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਉਹਨਾਂ ਹੀ ਸਿੱਖਾਂ ਨੂੰ ਕਿਹਾ ਸੀ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣਿਓ ਸੋ ਸਿੱਖ ਨਹੀਂ ਹਮਾਰਾ। ਕੌਲ ਨਾ ਪਾਲਣ ਵਾਲੇ ਪੁੱਤਰਾਂ ਲਈ ਗੁਰੂ ਦਰਬਾਰ ਵਿੱਚ ਕੋਈ ਥਾਂ ਨਹੀਂ ਸੀ। ਤਾਰੀਖ ਪੰਜਾਬ ਵਿੱਚ ਕਨ੍ਹਈਆ ਲਾਲ ਨੇ ਸਵਿਸਥਾਰ ਦਿੱਲੀ ਵਿੱਚ ਹੋਈਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਉਸ ਦਾ ਲਿਖਣਾ ਹੈ ਕਿ ਔਰੰਗਜ਼ੇਬ ਨੂੰ ਸੁਪਨੇ ਵਿੱਚ ਆਪਣੀ ਦੀਨ ਦਸ਼ਾ ਦਿਸ ਪਈ ਸੀ ਅਤੇ ਰਾਮ ਰਾਏ ਨੇ ਬਹੁਤ ਕਰਾਮਾਤਾਂ ਦਿਖਲਾਈਆਂ। ਕੁਝ ਕੁ ਦਾ ਵੇਰਵਾ ਵੀ ਕਨ੍ਹਈਆ ਲਾਲ ਨੇ ਦਿੱਤਾ ਹੈ।
ਇੱਕ ਦਿਨ ਬਾਦਸ਼ਾਹ ਨੇ ਰਾਮ ਰਾਏ ਕੋਲੋਂ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਦੀ ਵਾਰ ਵਿੱਚ ਜਿਹੜੀ ਤੁਕ ਮਿੱਟੀ ਮੁਸਲਮਾਨ ਕੀ ਪੈੜੇ ਪਈ ਕੁਮਾਰ ਘਟ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਦਰਜ ਹੈ, ਇਸ ਦੇ ਕੀ ਅਰਥ ਹਨ? ਰਾਮ ਰਾਏ ਜੀ ਬਾਦਸ਼ਾਹ ਦੀ ਖੁਸ਼ਾਮਦ ਲਈ ਉਸ ਤੁਕ ਵਿੱਚ ਸ਼ਬਦ ਮੁਸਲਮਾਨ ਦੀ ਥਾਂ ਬੇਈਮਾਨ ਪੜ੍ਹ ਗਏ। ਗੁਰੂ ਹਰ ਰਾਏ ਜੀ ਨੂੰ ਜਦ ਇਸ ਗੱਲ ਦੀ ਖਬਰ ਪੁੱਜੀ ਤਾਂ ਬਹੁਤ ਗੁੱਸੇ ਹੋਏ। ਬਾਦਸ਼ਾਹ ਦੀ ਕਿਉਂ ਖੁਸ਼ਾਮਦ ਕੀਤੀ, ਆਪਣੇ ਵੱਡੇ ਵਡੇਰਿਆਂ ਦੇ ਬਚਨ ਕਿਉਂ ਬਦਲੇ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਦਖਲ ਕਿਉਂ ਦਿੱਤਾ? ਇਹ ਹੁਕਮ ਜਾਰੀ ਕੀਤਾ ਸਾਡੇ ਸਾਹਮਣੇ ਨਾ ਆਵੇ, ਜਿੱਧਰ ਮੂੰਹ ਸੋ ਉੱਧਰ ਚਲਾ ਜਾਏ। ਸਿੱਖਾਂ ਨੂੰ ਵੀ ਇਸ ਪ੍ਰਕਾਰ ਦੇ ਹੁਕਮਨਾਮੇ ਜਾਰੀ ਕੀਤੇ। ਰਾਮ ਰਾਏ ਦਾ ਉਸ ਸਮੇਂ ਮੂੰਹ ਲਾਹੌਰ ਵੱਲ ਸੀ। ਉਹ ਲਾਹੌਰ ਚਲਾ ਗਿਆ ਅਤੇ ਮੀਆਂ ਮੀਰ ਦੀ ਖਾਨਕਾ ਟਿਕਿਆ। ਉੱਥੇ ਚੁਬੱਚਾ ਬਣਿਆ ਹੋਇਆ ਹੈ। ਤਵਾਰੀਖ ਗੁਰੂ ਖਾਲਸਾ ਨੇ ਰਾਮ ਰਾਏ ਦਾ ਕੀਰਤਪੁਰ ਆਉਣਾ ਲਿਖਿਆ ਹੈ ਅਤੇ ਗੁਰੂ ਜੀ ਨੇ ਬੂਹੇ ਬੰਦ ਕਰਵਾ ਦਿੱਤੇ ਸਨ ਅਤੇ ਇਹ ਕਿਹਾ ਸੀ ਜਿੱਧਰ ਮੂੰਹ ਉੱਧਰ ਚਲਾ ਜਾਏ। ਕੁਝ ਵੀ ਹੋਏ, ਗੁਰੂ ਜੀ ਨੇ ਇਹ ਕਰੜਾ ਹੁਕਮ ਬਾਣੀ ਦਾ ਸਤਿਕਾਰ ਕਾਇਮ ਰੱਖਣ ਲਈ ਦਿੱਤਾ ਅਤੇ ਰਾਮ ਰਾਏ ਨੂੰ ਮੱਥੇ ਤੱਕ ਨਾ ਲਗਾਇਆ। ਇੱਥੇ ਇਹ ਲਿਖਣਾ ਵੀ ਕਥਾ ਨਹੀਂ ਹੋਵੇਗਾ ਕਿ ਔਰੰਗਜ਼ੇਬ ਨੂੰ ਕਈ ਤੁਕਾਂ ਗੁਰਬਾਣੀ ਦੀਆਂ ਯਾਦ ਹਨ। ਉਸ ਦੀ ਮੁੱਢਲੀ ਪੜ੍ਹਾਈ ਸੁਲਤਾਨਪੁਰ ਹੋਈ ਸੀ ਅਤੇ ਸੁਲਤਾਨਪੁਰ ਗੁਰੂ ਨਾਨਕ ਦੀ ਨਗਰੀ ਕਰਕੇ ਪ੍ਰਸਿੱਧ ਸੀ। ਮੁਆਸਰੇ ਆਲਮਗੀਰੀ ਵਿੱਚ ਮੁਹੰਮਦ ਸਾਕੀ ਮੁਸਤਦ ਖਾਨ ਨੇ ਸੰਨ 1690 ਜਲੂਸ ਆਲਮਗੀਰੀ ਦੇ 33ਵੇਂ ਸਾਲ ਹੇਠ ਇੱਕ ਵਾਕਿਆ ਲਿਖਿਆ ਹੈ ਕਿ ਬੰਗਾਲ ਤੋਂ ਇੱਕ ਆਦਮੀ ਦੀਵਾਨੀ ਅਦਾਲਤ ਵਿੱਚ ਸਲਾਬਤ ਖਾਨ ਮੀਰ ਤੋਜਕ ਅਦਲ ਨੇ ਪੇਸ਼ ਕੀਤਾ, ਜਿਸ ਦਾ ਕਹਿਣਾ ਸੀ ਕਿ ਉਸ ਨੂੰ ਮਰੀਦ ਬਣਾਇਆ ਜਾਏ। ਔਰੰਗਜ਼ੇਬ ਨੇ ਮੁਸਕਰਾ ਕੇ ਜੇਬ ਵਿੱਚ ਹੱਥ ਪਾਇਆ ਅਤੇ 100 ਰੁਪਏ ਅਤੇ ਸੋਨੇ ਚਾਂਦੀ ਦੀਆਂ ਚੀਜ਼ਾਂ ਸਲਾਬਤ ਖਾਨ ਨੂੰ ਦੇਣ ਲਈ ਕਿਹਾ ਤੇ ਆਖਿਆ ਕਿ ਜਿਸ ਫੈਜ਼ ਨੂੰ ਉਹ ਲੋੜੀਦਾ ਹੈ ਉਹ ਇਹ ਹੀ ਹਨ। ਉਹ ਚੀਜ਼ਾਂ ਉਸ ਆਏ ਨੂੰ ਦਿੱਤੀਆਂ ਗਈਆਂ। ਉਸ ਨੇ ਸਭ ਵਸਤਾਂ ਇੱਧਰ ਉੱਧਰ ਸੁੱਟ ਦਿੱਤੀਆਂ ਤੇ ਆਪੂ ਦਰਿਆ ਵਿੱਚ ਛਾਲ ਮਾਰ ਦਿੱਤੀ। ਸਲਾਬਤ ਖਾਨ ਨੇ ਸ਼ੋਰ ਮਚਾਇਆ ਕਿ ਦੇਖਣਾ ਉਹ ਸ਼ਖਸ ਡੁੱਬਣਾ ਨਾ ਪਾਏ। ਚੋਬੀਆਂ ਨੇ ਉਸ ਨੂੰ ਦਰਿਆ ਵਿੱਚੋਂ ਕੱਢ ਲਿਆ। ਔਰੰਗਜ਼ੇਬ ਨੇ ਭਰੇ ਦਰਬਾਰ ਵਿੱਚ ਸਰਦਾਰ ਖਾਨ ਵੱਲ ਰੁੱਖ ਕਰਕੇ ਕਿਹਾ ਕਿ ਇੱਕ ਸ਼ਖਸ ਬੰਗਾਲ ਤੋਂ ਆਇਆ ਹੈ। ਉਸ ਦੇ ਸਿਰ ਤੇ ਇਹ ਝੂਠਾ ਖਿਆਲ ਸਮਾ ਗਿਆ ਹੈ ਕਿ ਮੇਰਾ ਮੁਰੀਦ ਹੋਵੇ। ਇੱਥੇ ਔਰੰਗਜ਼ੇਬ ਨੇ ਪੰਜਾਬੀ ਦਾ ਇੱਕ ਅਖਾਣ ਪੜ੍ਹਿਆ। ਉਹ ਸੀ, ਕਹਲਾ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡੀ ਨਾ ਮਾਵੀ ਤਿੱਕਲ ਬੰਨੇ ਛੱਜ। ਇਹ ਕੋਈ ਅਖਾਣ ਨਹੀਂ, ਗੁਰਬਾਣੀ ਦੀ ਤੁਕ ਹੈ। ਮਲਾਰ ਦੀ ਵਾਰ ਜੋ ਗੁਰੂ ਨਾਨਕ ਦੀ ਉਚਾਰੀ ਹੈ, ਉਸ ਦੀ 19ਵੀਂ ਪੌੜੀ ਦਾ ਪਹਿਲਾ ਸਲੋਕ ਹੈ। ਪੂਰਾ ਸਲੋਕ ਇਸ ਪ੍ਰਕਾਰ ਹੈ। ਕਹਲਾ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ। ਦੇਨ ਦੁਆਈ ਸੇ ਮਰਹਿ ਜਿਨ ਕਿਉ ਦੇਨ ਸਿਜਾਹ, ਨਾਨਕ ਹੁਕਮੇ ਨਾ ਜਾਪਈ ਕਿੱਥੇ ਜਾਏ ਸਮਾਹ। ਫਸਲ ਅਹਾੜੀ ਏਕ ਨਾਮ ਸਾਵਣੀ ਸਚ ਨਾਉ, ਮੈਂ ਮਹਿਦੂਦੂ ਲਿਖਾਇਆ ਖਸਮੇ ਕੇ ਦਰ ਜਾਏ। ਦੁਨੀਆ ਕੇ ਦਰ ਕੇਤੜੇ केते आवे जाए, केते मंगे मंगते केते मंग मंग जाए। ਭਾਵ ਇਹ ਹੈ ਕਿ ਮੂਰਖ ਕਮਲੇ ਹਨ ਉਹ ਲੋਕ ਜੋ ਸੇਲੀ ਟੇਪੀ ਦੇ ਮੁਰੀਦ ਬਣਾਉਂਦੇ ਹਨ। ਉਹ ਤਾਂ ਭਲੇ ਕਮਲੇ ਹੈ ਹੀ ਸਨ ਜੋ ਟੋਪੀਆਂ ਵੰਡ ਕੇ ਮੁਰੀਦ ਬਣਾਉਂਦੇ ਹਨ, ਪਰ ਉਹ ਤਾਂ ਨਿਰੋਲ ਬੇਸ਼ਰਮ ਹਨ ਜੋ ਟੋਪੀ ਲੈ ਕੇ ਸਮਝਦੇ ਹਨ ਕਿ ਸਭ ਬਰਕਤਾਂ ਮਿਲ ਗਈਆਂ ਹਨ। ਬਰਕਤ ਤਾਂ ਕੇਵਲ ਨਾਮ ਪ੍ਰਾਪਤੀ ਨਾਲ ਮਿਲਦੀ ਹੈ। ਐਸੇ ਲੋਕਾਂ ਟੋਪੀ ਲੈਣ ਅਤੇ ਟੋਪੀ ਦੇਣ ਵਾਲੇ ਦੀ ਹਾਲਤ ਇੰਜ ਜਾਣੋ ਕਿ ਚੂਹਾ ਆਪ ਤਾਂ ਖੁੱਡ ਵਿੱਚ ਸਮਾ ਨਹੀਂ ਸਕਦਾ ਹੋਵੇ, ਉਤੋਂ ਲੱਕ ਨਾਲ ਛੱਜ ਬੰਨ੍ਹ ਲਵੇ। ਹੁਣੇ ਬਣੇ ਮੁਰਸ਼ਦ ਨੇ ਅਜੇ ਆਪ ਤਾਂ ਟਿਕਣਾ ਸਿੱਖਿਆ ਨਹੀਂ, ਹੋਰਨਾਂ ਨੂੰ ਕੀ ਦੇ ਸਕਦਾ ਹੈ। ਐਸੇ ਅਸੀਸਾਂ ਦੇਣ ਵਾਲੇ ਵੀ ਖੁਆਰ ਹੁੰਦੇ ਹਨ ਅਤੇ ਦੂਜਿਆਂ ਨੂੰ ਵੀ ਖੁਆਰ ਕਰ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿਨ੍ਹਾਂ ਹੁਕਮ ਨਹੀਂ ਪਛਾਣਿਆ ਉਹ ਖੁਆਰ ਤਾਂ ਹੁੰਦੇ ਹੀ ਹਨ, ਪਰ ਇਹ ਵੀ ਨਹੀਂ ਪਤਾ ਲੱਗਦਾ ਕਿ ਕਿੱਥੇ ਮਰ ਖਪ ਜਾਂਦੇ ਹਨ। ਕੋਈ ਨਾਂ ਲੈਣ ਵਾਲਾ ਵੀ ਨਹੀਂ ਰਹਿੰਦਾ। ਟੋਪੀਆਂ ਵੰਡਣਾ, ਵਿਹਲੇ ਰਹਿਣਾ, ਖੁਆਰ ਹੋਣਾ ਤੇ ਖੁਆਰ ਕਰਨਾ ਜੀਵਨ ਮੰਤਵ ਨਹੀਂ ਹੈ। ਮੰਤਵ ਹੈ ਘਾਲ ਕਮਾਈ ਕਰਕੇ ਨਾਮ ਨੂੰ ਬੀਜਣਾ ਅਤੇ ਫਸਲ ਘਰ ਲੈ ਆਉਣਾ। ਹਾੜੀ ਸਾਵਣੀ ਅਸਲ ਵਿੱਚ ਇਹ ਹੈ। ਟੋਪੀਆਂ ਵੰਡ ਮੁਰੀਦ ਬਣਾਉਣ ਵਾਲੇ ਮੁਰੀਦਾਂ ਘਰੀ ਜਾ ਹਾੜੀ ਸਾਵਣੀ ਨੂੰ ਹਿੱਸਾ ਬਣਾਉਂਦੇ ਹਨ, ਕਿਰਤਕਾਰ ਨਹੀਂ ਸਨ ਕਰਦੇ। ਨਾਮ ਦਾ ਜਿੰਨਾ ਪਾਸ ਪੱਟਾ ਹੋਵੇਗਾ ਉਹ ਦਰਗਾਹ ਕਬੂਲ ਹੋਣਗੇ। ਇਹ ਟੋਪੀਆਂ ਦੇ ਨਿਸ਼ਾਨ ਨਹੀਂ ਦੇਖੇ ਜਾਣੇ। ਇਹ ਟੋਪੀਆਂ ਵੰਡ ਵੰਡ ਮੁਰੀਦ ਬਣਾ ਕਈ ਅੱਡੇ ਬਣੇ ਹਨ, ਪਰ ਇਹ ਕੋਈ ਆਤਮਿਕ ਸਥਾਨ ਨਹੀਂ ਹੈ। ਮੰਗ ਖਾਣੇ ਥਾਂ ਹਨ ਜਿੱਥੇ ਮੰਗਤੇ ਹੀ ਬੈਠੇ ਦਿਸਣਗੇ। ਕੋਈ ਵੱਡਾ ਮੰਗਤਾ ਹੈ ਅਤੇ ਕੋਈ ਛੋਟਾ। ਸੁਨੀਤੀ ਕੁਮਾਰ ਚੈਟਰਜੀ ਨੇ ਇੰਡੀਅਨ ਲਿੰਗੁਇਸਟਿਕ ਦੀ 24ਵੀਂ
जिल्द विच एक मजमून लिखदे ਇਹ प्रश्न उठाया है कि इतनी औखी तुक सहज ही औरंगजेब किवें बोल पिया, उसने याद किवें कीती। कईयां दा ख्याल है कि राम राय दे पास होण कारण उसका प्रभाव सी, पर नहीं, ਇਹ सब उसकी मुढ़ली विद्या सुल्तानपुर करके सी। श्री गुरु नानक देव जी दे बचन सहज ही हर जुबान ते चढ़ जाते हैं, कोई तरद्दद नहीं करना पैंदा। मन जीते जगजीत सहज पके सो मीठा, एक तू ही खसमे भावे ओह चंगा, जी करे खुदाए खुदाए मक्खी मिठे मरन ਅਤੇ ਹੋਰ ਅਨੇਕ। ਕਈ ਹੋਰ ਇਤਿਹਾਸਕਾਰਾਂ ਛੇਤੀ ਨਾਲ ਇਹ ਵੀ ਸਿੱਟਾ ਕੱਢ ਲਿਆ ਕਿ ਔਰੰਗਜ਼ੇਬ ਸਿੱਖ ਘਰ ਵੱਲ ਇਸ ਸਮੇਂ ਤੱਕ ਅੱਛੀ ਭਾਵਨਾ ਰੱਖਦਾ ਸੀ। ਇਹ ਇਤਿਹਾਸਿਕ ਕਸਵੱਟੀ ਤੇ ਟਿਕਣ ਵਾਲਾ ਤੱਥ ਨਹੀਂ ਹੈ। ਗੁਰੂ ਹਰਿਰਾਏ ਸਾਹਿਬ ਵਿਰੁੱਧ ਚੜ੍ਹਾਈਆਂ ਅਤੇ ਫਿਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਰਸ਼ਨਾਂ ਬਹਾਨੇ ਦਿੱਲੀ ਬੁਲਾਉਣਾ ਚੰਗੀ ਨੀਅਤ ਦੀ ਨਿਸ਼ਾਨੀ ਨਹੀਂ। ਪ੍ਰੋਫੈਸਰ ਪੂਰਨ ਸਿੰਘ ਨੇ ਬਹੁਤ ਸੋਹਣਾ ਲਿਖਿਆ ਹੈ, ਰਾਮ ਰਾਏ ਨੇ ਔਰੰਗਜ਼ੇਬ ਦੀ ਰਾਜਸੀ ਸਰਪ੍ਰਸਤੀ ਲੈ ਲਈ, ਖੁਸ਼ਾਮਦੀ ਬਣ ਝੁਕ ਗਿਆ ਅਤੇ ਇੱਕ ਪ੍ਰਕਾਰ ਦਾ ਬਾਦਸ਼ਾਹ ਨਾਲ ਸਮਝੌਤਾ ਕਰ ਲਿਆ। ਇਸ ਅਖਲਾਕੀ ਕਮਜ਼ੋਰੀ ਦੀ ਜਦ ਖਬਰ ਗੁਰੂ ਹਰਿਰਾਏ ਜੀ ਨੂੰ ਪੁੱਜੀ ਤਾਂ ਉਹਨਾਂ ਹੁਕਮ ਕੀਤਾ ਜਿੱਥੇ ਮਰਜ਼ੀ ਚਲਾ ਜਾਏ, ਕਿਉਂਕਿ ਉਸਨੇ ਗੁਰੂ ਨਾਨਕ ਦੀ ਬਾਣੀ ਨੂੰ ਗਲਤ ਢੰਗ ਵਿੱਚ ਪੇਸ਼ ਕੀਤਾ ਹੈ। ਕਨਿੰਗਮ ਦਾ ਇਹ ਲਿਖਣਾ ਤਾਂ ਠੀਕ ਹੈ ਕਿ ਪੱਤੇਬਾਜ਼ ਔਰੰਗਜ਼ੇਬ ਨੇ ਰਾਮ ਰਾਏ ਨੂੰ ਨਿਵਾਜਿਆ, ਪਰ ਇਹ ਕਥਾਚਿਤ ਠੀਕ ਨਹੀਂ ਕਿ ਇਸ ਕਾਰਨ ਕੋਈ ਸਾੜਾ ਪੈਦਾ ਹੋਇਆ। ਸਾੜਾ ਨਹੀਂ, ਮਹਾਰਾਜ ਨੇ ਬਹੁਤ ਹੀ ਰੋਸ ਮਨਾਇਆ ਜਦ ਰਾਮ ਰਾਏ ਨੇ ਗੁਰੂ ਦੇ ਵਾਕ ਕੁਝ ਹਾਸਲ ਕਰਨ ਲਈ ਪਲਟਾ ਕੇ ਹੀ ਰੱਖ ਦਿੱਤੇ। ਭਾਗ ਤੀਜਾ, ਜੋਤ ਊਹਾਂ ਜੁਗਤ ਸਾਏ। ਦਿੱਲੀ ਵਿਖੇ ਰਾਮ ਰਾਏ ਦੀ ਕਰਤੂਤ ਨਾਲ ਗੁਰੂ ਹਰਿਰਾਏ ਨੇ ਨਿਰਣਾ ਲੈ ਲਿਆ ਸੀ ਕਿ ਗੁਰੂ ਹਰਿਕ੍ਰਿਸ਼ਨ ਹੀ ਗੁਰਪਦ ਦੀ ਜ਼ਿੰਮੇਵਾਰੀ ਉਠਾਉਣ ਯੋਗ ਹਨ। ਸਰਬ ਸਹਾਰੇ ਗੁਰਤਾ ਭਾਰ ਉਹਨਾਂ ਦੇ ਵਾਕ ਸਨ। ਇਹ ਵੀ ਫਰਮਾਇਆ ਸੀ ਕਿ ਗੁਰੂ ਹਰਿਕ੍ਰਿਸ਼ਨ ਪ੍ਰਿਥਵੀ ਸਮਾਨ ਖਿਮਾਵਾਨ ਹਨ, ਨਾਮ ਵਿੱਚ ਹਰ ਵੇਲੇ ਜੁੜੇ ਰਹਿੰਦੇ ਹਨ ਅਤੇ ਦੁੱਖ ਰੂਪੀ ਹਿਰਨਾਂ ਨੂੰ ਸ਼ੇਰ ਦੀ ਭਬਕ ਮਾਰਨ ਵਾਂਗ ਨਸਾ ਦਿੰਦੇ ਹਨ। ਐਸੇ ਹੁਕਮ ਤੋਂ ਪਹਿਲਾਂ ਕਈ ਵਾਰੀ ਸੰਗਤਾਂ ਦੀ ਪੁੱਛ ਤੇ ਪਰਖ ਪ੍ਰੀਖਿਆ ਵੀ ਕੀਤੀਆਂ ਸਨ। ਸਿੱਖ ਇਤਿਹਾਸ ਨੇ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇੱਕ ਸਮੇਂ ਜਦ ਬਾਬਾ ਰਾਮ ਰਾਏ ਸਮਾਧੀ ਸਥਿਤ ਸਨ ਅਤੇ ਉੱਧਰ ਹਰਿਕ੍ਰਿਸ਼ਨ ਜੀ ਲਿਵ ਲਗਾਈ ਬੈਠੇ ਸਨ ਤਾਂ ਕਿਸੇ ਨੇ ਆ ਕੇ ਉਪਮਾ ਕੀਤੀ ਕਿ ਸਾਹਿਬਜ਼ਾਦੇ ਨਾਮ ਰੰਗ ਵਿੱਚ ਰੰਗੇ ਗਏ ਹਨ। ਮਹਾਰਾਜ ਨੇ ਉਸੇ ਉਪਮਾ ਕਰਨ ਵਾਲੇ ਨੂੰ ਇੱਕ ਖੰਦੂਹੀ ਲੈ ਕੇ ਰਾਮ ਰਾਏ ਨੂੰ ਚੁਭਾਉਣ ਲਈ ਕਿਹਾ ਅਤੇ ਫਿਰ ਹਰਿਕ੍ਰਿਸ਼ਨ ਜੀ ਨੂੰ। ਜਦ ਖੰਦੂਹੀ ਰਾਮ ਰਾਏ ਨੂੰ ਅਜੇ ਛੁਹਾਈ ਹੀ ਸੀ ਤਾਂ ਉਹ ਤਰਬਕ ਉੱਠ ਖਲੋਤਾ, ਪਰ ਗੁਰੂ ਹਰਿਕ੍ਰਿਸ਼ਨ ਜੀ ਤੇ ਬਾਹਰਲੀ ਕਿਸੇ ਵਸਤੂ ਦਾ ਪ੍ਰਭਾਵ ਨਹੀਂ ਸੀ। ਇਸੇ ਤਰ੍ਹਾਂ ਇੱਕ ਵਾਰੀ ਇੱਕ ਸਿੱਖ ਨੇ ਪੁੱਛਿਆ ਕਿ ਆਪ ਨੂੰ ਦੋਵਾਂ ਪੁੱਤਰਾਂ ਵਿੱਚੋਂ ਕਿਹੜਾ ਵੱਧ ਪਿਆਰਾ ਹੈ। ਪੁੱਤਰ ਆਪ ਕੋ ਦੋਏ ਨਮਾਹੀ, ਜਹ ਸੋ ਪ੍ਰੀਤ ਬ੍ਰਿਧ ਇਮ ਚਾਹੀ। ਆਪ ਜੀ ਨੇ ਉਸੇ ਸਿੱਖ ਨੂੰ ਆਗਿਆ ਕੀਤੀ ਕਿ ਜਿੱਥੇ ਰਾਮ ਰਾਏ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਪੰਘੂੜੇ ਤੇ ਰੱਖ ਪਾਠ ਕਰ ਰਹੇ ਹਨ, ਉੱਥੇ ਚਲਾ ਜਾਏ ਅਤੇ ਬੈਠ ਕੇ ਪਾਠ ਸੁਣੇ ਅਤੇ ਫਿਰ ਸੂਈ ਪਾਵੇ ਵਿੱਚ ਚੁਭੋ ਦੇਵੇ। ਇਸੇ ਤਰ੍ਹਾਂ ਜਿੱਥੇ ਗੁਰੂ ਹਰਿਕ੍ਰਿਸ਼ਨ ਜੀ ਪਾਠ ਕਰਦੇ ਹੋਣ ਕਰਨਾ, ਜਿਸ ਦੇ ਪਾਵੇ ਵਿੱਚ ਸੂਈ ਚੁਭ ਜਾਏ ਉਹ ਹੀ ਮੇਰਾ ਪਿਆਰਾ ਹੈ ਅਤੇ ਗੁਰਗੱਦੀ ਲਾਇਕ ਹੈ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਜਿਸ ਪਾਵੇ ਵਿੱਚ ਸੰਚਰ ਜਾਈ, ਸ਼ਬਦ ਪਠਿਤ ਕਾਸ਼ਟ ਨਰਮਾਈ। ਪਾਹਣ ਆਦ ਮੋਮ ਸਮ ਹੋਏ, ਗੁਰਤਾ ਦੀ ਲਾਇਕ ਲਖ ਸੋਏ। ਉਸ ਸਿੱਖ ਨੇ ਐਸਾ ਹੀ ਕੀਤਾ। ਪਹਿਲਾਂ ਉਹ ਸਿੱਖ ਉੱਥੇ ਗਿਆ ਜਿੱਥੇ ਰਾਮ ਰਾਏ ਜੀ ਪਾਠ ਕਰ ਰਹੇ ਸਨ। ਸੂਈ ਪਾਵੇ ਵਿੱਚ ਖਬੋਹੀ, ਸੂਹੀ ਲੱਕੜ ਵਿੱਚ ਕਿਵੇਂ ਜਾਵੇ। ਕਈ ਵਾਰ ਯਤਨ ਕੀਤੇ ਪਰ ਸੂਈ ਉੱਥੇ ਦੀ ਉੱਥੇ ਹੀ। ਜਬ ਸੂਈ ਸੰਚਰਾਵਣ ਲਾਗੋ, ਨਹਿ ਪਾਵੇ ਮਹਿ ਪ੍ਰਵੇਸ਼ਯ ਆਗੋ। ਪ੍ਰਤੱਖ ਕੇਤਕ ਚਿਰ ਤੈ ਰਹਿਓ। ਫਿਰ ਗੁਰੂ ਹਰਿਕ੍ਰਿਸ਼ਨ ਜੀ ਜਿੱਥੇ ਪਾਠ ਕਰਦੇ ਸਨ ਉਸ ਥਾਂ ਤੇ ਆਇਆ ਅਤੇ ਪਾਠ ਸੁਣਿਆ। ਉਸੇ ਤਰ੍ਹਾਂ ਜਿਵੇਂ ਰਾਮ ਰਾਏ ਦੇ ਪੰਘੂੜੇ ਦੇ ਪਾਵੇ ਨਾਲ ਸੂਈ ਖਬੋਈ ਸੀ, ਇੱਥੇ ਵੀ ਖਬੋਣੀ ਚਾਹੀ, ਪਰ ਦੇਖ ਕੇ ਹੈਰਾਨ ਹੋ ਗਿਆ ਕਿ ਸੂਈ ਇਸ ਤਰ੍ਹਾਂ ਅੰਦਰ ਧੱਸ ਰਹੀ ਹੈ ਜਿਵੇਂ ਕੋਈ ਮੋਮ ਦਾ ਹੀ ਪਾਵਾ ਬਣਿਆ ਹੋਵੇ। ਅੰਦਰ ਖਬੋ ਕੇ ਬਾਹਰ ਵੀ ਕੱਢ ਲਈ। ਹੂਤੋ ਮੋਮ ਸਮ ਸਭ ਗੱਡ ਗਈ, ਰਹਿਓ ਨਿਕਾਸ ਬੀਚ ਲੈ ਪਈ। ਗੁਰੂ ਜੀ ਦੀ ਇਹ ਹੀ ਤਾਂ ਉਪਮਾ ਹੈ ਕਿ ਉਸ ਦੇ ਵਾਕ ਸੁਣ ਕੇ ਸੁੱਕੇ ਹਰੇ ਹੋ ਜਾਂਦੇ ਹਨ, ਮੁਰਦੇ ਜੀ ਪੈਂਦੇ ਹਨ, ਬੁਝਦਿਲ ਕਾਇਰ ਕੇਹਰ ਸ਼ੇਹਰ ਸਮਾਨ ਹੋ ਜਾਂਦੇ ਹਨ।
ਕੰਚ ਕੰਚਨ ਅਤੇ ਮਨੂਰ ਪਾਰਸ ਹੋ ਜਾਂਦਾ ਹੈ। ਸੁੱਕੇ ਕਾਸ਼ਟ ਹਰਿਆ। ਗੁਰੂ ਅਰਜਨ ਦੇਵ ਜੀ ਦਾ ਆਪਣਾ ਫਰਮਾਨ ਸੀ। ਮੈਕਾਲਫ ਦੇ ਲਿਖੇ ਅਨੁਸਾਰ ਗੁਰੂ ਜੀ ਨੇ ਸਿੱਖ ਕੋਲੋਂ ਇਹ ਵਾਰਤਾ ਸੁਣ ਫਰਮਾਇਆ ਸੀ, ਅਕਾਲ ਪੁਰਖ ਨੇ ਆਪ ਹੀ ਪ੍ਰਸ਼ਨ ਹੱਲ ਕਰ ਦਿੱਤਾ ਹੈ। ਹਰਿਕ੍ਰਿਸ਼ਨ ਜੀ ਦੇ ਬੋਲ ਦਰਵੇ ਹੋਏ ਹਿਰਦਿਆਂ ਤੇ ਕੈਸਾ ਅਮਿਟ ਪ੍ਰਭਾਵ ਛੋੜਨਗੇ ਜਦ ਸੁੱਕੇ ਕਾਸ਼ਟ ਤੇ ਅਜਿਹਾ ਅਸਰ ਪੈਂਦਾ ਹੈ। ਉਹ ਹੀ ਇਸ ਗੁਰਗੱਦੀ ਦੇ ਲਾਇਕ ਹੈ ਜਿਸ ਦੇ ਬਚਨਾਂ ਵਿੱਚ ਇਤਨੀ ਸ਼ਕਤੀ ਅਤੇ ਤਸੀਰ ਹੈ। ਗੁਰੂ ਹਰਿ ਰਾਏ ਜੀ ਨੇ ਇਹ ਦੇਖ ਲਿਆ ਸੀ ਕਿ ਰਾਮ ਰਾਏ ਹੁਣ ਹੁਜਤਾਂ ਖੜੀਆਂ ਕਰੇਗਾ ਅਤੇ ਸੰਗਤਾਂ ਨੂੰ ਭਰਮਾਉਣ ਦੀ ਵੀ ਕੋਸ਼ਿਸ਼ ਕਰੇਗਾ। ਇੱਕ ਜੁਗਤ ਉਸ ਵਰਤੀ ਵੀ ਸੀ। ਮਹਾਰਾਜ ਨੇ ਹੁਕਮ ਕਰਦੇ ਕਿਹਾ ਸੀ ਕਿ ਇਸ ਨੂੰ ਕੋਈ ਮੱਥੇ ਨਾ ਲਗਾਵੇ ਅਤੇ ਕੌਡੀ ਤੱਕ ਨਹੀਂ ਦੇਣੀ। ਇਸ ਨੇ ਸੰਗਤਾਂ ਤੇ ਖਾਸ ਕਰ ਲਾਹੌਰ ਦੀਆਂ ਨੂੰ ਜਾ ਕਿਹਾ। ਗੁਰੂ ਜੀ ਨੇ ਕੌਡੀ ਦੇਣੀ ਵਿਵਰਜਿਤ ਕੀਤੀ ਹੈ, ਰੁਪਇਆਂ ਤੇ ਮੋਹਰ ਤਾਂ ਨਹੀਂ। ਸੋ ਗੁਰੂ ਜੀ ਨੇ ਸਭ ਪਾਸੇ ਮੇਵੜੇ ਭੇਜੇ, ਹੁਕਮਨਾਮੇ ਪਠਾਏ ਅਤੇ ਉਚੇਚੇ ਬੰਦੇ ਵੀ ਸੰਦੇਸ਼ੇ ਲੈ ਕੇ ਗਏ ਕਿ ਕੋਈ ਕਿਸੇ ਪ੍ਰਕਾਰ ਸਹਾਇਤਾ ਨਹੀਂ ਕਰਨੀ ਅਤੇ ਸਭ ਕਿਰਤਪੁਰ ਪੁੱਜੋ। ਕਿਰਤਪੁਰ ਬੜੇ ਭਾਰੀ ਇਕੱਠ ਹੋ ਗਏ। ਜਿਸ ਕਿਸੇ ਸੁਣਿਆ ਉਹ ਚੱਲ ਆਇਆ। ਸਭ ਜਾਣ ਗਏ ਕਿ ਗੁਰੂ ਜੀ ਨੇ ਇਤਨਾ ਭਾਰੀ ਇਕੱਠ ਕੇਵਲ ਇਸ ਲਈ ਕੀਤਾ ਹੈ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ ਜਾਏ ਅਤੇ ਰਾਮ ਰਾਏ ਗਲਤ ਅਤੇ ਕੋਝਾ ਪ੍ਰਚਾਰ ਨਾ ਕਰੇ। ਇੰਜ ਪ੍ਰਤੀਤ ਹੁੰਦਾ ਹੈ ਕਿ ਰਾਮ ਰਾਏ ਜੀ ਨੂੰ ਜਦ ਇਹ ਖਬਰਾਂ ਪੁੱਜੀਆਂ ਤਾਂ ਉਸ ਨੇ ਕਈ ਹੱਥ ਪੈਰ ਮਾਰੇ, ਮਸੰਦਾਂ ਨੂੰ ਚੁੱਕਿਆ ਤੇ ਧੀਰਮਲ ਨੂੰ ਵੀ ਭੇਜਿਆ। ਧੀਰਮਲ ਜਦ ਆਇਆ ਤਾਂ ਗੁਰੂ ਜੀ ਨੇ ਉਸ ਨੂੰ ਦਿਲ ਦੀ ਗੱਲ ਸਪਸ਼ਟ ਕਹਿਣ ਲਈ ਕਿਹਾ। ਉਸ ਨੇ ਕਿਹਾ, ਪਹਿਲਾਂ ਵੀ ਬਹੁਤ ਬਖੇੜੇ ਪਏ ਹਨ, ਹੁਣ ਹੋਰ ਪੈਣਗੇ। ਜੇ ਗੁਰੂ ਹਰਿਕ੍ਰਿਸ਼ਨ ਛੋਟੇ ਪੁੱਤਰ ਨੂੰ ਤੁਸਾਂ ਗੁਰਗੱਦੀ ਦੀ ਜ਼ਿੰਮੇਵਾਰੀ ਦੇ ਦਿੱਤੀ, ਹੁਣ ਅਜਿਹਾ ਨਾ ਕਰੋ। ਰਾਮ ਰਾਏ ਨੇ ਤਾਂ ਸਗੋਂ ਔਰੰਗਜ਼ੇਬ ਨਾਲ ਬਣਾ ਲਈ ਹੈ। ਬਾਦਸ਼ਾਹ ਉਸ ਦੇ ਹੱਥ ਅਤੇ ਪੱਖ ਵਿੱਚ ਹੈ। ਉਸ ਨੂੰ ਜੇ ਤੁਸੀਂ ਗੱਦੀ ਨਾ ਦਿੱਤੀ ਤਾਂ ਉਹ ਵੱਡਾ ਉਪੱਦਰ ਖੜਾ ਕਰ ਦੇਵੇਗਾ। ਗੁਰੂ ਪਾਤਸ਼ਾਹ ਨੇ ਧੀਰਜ ਨਾਲ ਸਭ ਸੁਣ ਫਰਮਾਇਆ ਕਿ ਜੋ ਆਦਿ ਗੁਰੂ ਨਾਨਕ ਦੇਵ ਜੀ ਨੇ ਲੀਹ ਪਾਈ ਹੈ, ਅਸੀਂ ਉਸ ਤੇ ਹੀ ਟੁਰ ਰਹੇ ਹਾਂ। ਬਾਬਾ ਸ਼੍ਰੀ ਚੰਦ ਅਤੇ ਲਖਮੀ ਚੰਦ ਜੀ ਤਾਂ ਸਭ ਗੁਣਾਂ ਲਾਇਕ ਸਨ। ਉਹਨਾਂ ਤਾਂ ਸਿਰਫ ਇੱਕ ਗੱਲ ਨਹੀਂ ਸੀ ਮੰਨੀ ਤਾਂ ਗੱਦੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਸੀ। ਇਸ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ ਨੇ ਜਦ ਦੇਖਿਆ ਕਿ ਪੁੱਤਰਾਂ ਦੇ ਹਿਰਦੇ ਵਿੱਚ ਸਰਲਤਾ ਹੀ ਨਹੀਂ ਤਾਂ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ। ਫਿਰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਨਿਰਮਾਣ ਜਾਣ ਦਿੱਤੀ। ਫਿਰ ਗੁਰੂ ਰਾਮਦਾਸ ਜੀ ਨੇ ਡਿੱਠਾ ਸੀ ਕਿ ਵੱਡਾ ਪੁੱਤਰ ਸਿਰਫ ਦਰਬ ਇਕੱਠਾ ਕਰਨ ਵਿੱਚ ਲੱਗਾ ਹੋਇਆ ਹੈ ਅਤੇ ਨਾਲੇ ਬਖੀਲੀ ਕਰਨ ਵਿੱਚ ਹੀ ਲੱਗਾ ਹੋਇਆ ਹੈ ਤਾਂ ਉਸ ਨੂੰ ਗੁਰਗੱਦੀ ਨਾ ਬਖਸ਼ੀ। ਰੀਤ ਆਦਿ ਤੋਂ ਇਹ ਹੀ ਚੱਲੀ ਆਈ ਹੈ ਕਿ ਕਿਸੇ ਬਖੀਲੀ ਕਰਨ ਵਾਲੇ ਅਤੇ ਆਪ ਹੁਦਰੀ ਕਰਨ ਵਾਲੇ ਨੂੰ ਇਹ ਨਹੀਂ ਸੌਂਪੀ ਜਾ ਸਕਦੀ। ਰਾਮ ਰਾਏ ਨੇ ਦਿੱਲੀ ਜਾ ਕਰਾਮਾਤਾਂ ਦਿਖਾਈਆਂ, ਅਸੀਂ ਚੁੱਪ ਰਹੇ। ਕਰੀ ਸੋ ਕਰੀ ਅਪਰ ਹਮ ਮਾਨੀ। ਪਰ ਇਹ ਕਿਵੇਂ ਸਹਾਰ ਹੁੰਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਹ ਥੋੜ੍ਹੀ ਮੱਤ ਵਾਲਾ ਕੁਝ ਦਵਣਿਆਂ ਪਿੱਛੇ ਬਦਲਾ ਦੇਵੇ। ਗੱਲ ਅਸਲ ਵਿੱਚ ਇਹ ਹੈ ਕਿ ਪ੍ਰਿਥੀ ਚੰਦ, ਧੀਰਮਲ, ਰਾਮ ਰਾਏ ਅਤੇ ਉਸ ਦੇ ਹੋਰ ਸਾਥੀ ਗੁਰਗੱਦੀ ਨੂੰ ਦੁਨਿਆਵੀ ਵਿਰਾਸਤ ਅਤੇ ਐਸ਼ ਦਾ ਵਸੀਲਾ ਹੀ ਜਾਣਦੇ ਸਨ। ਪਰ ਗੁਰਤਾ ਤਾਂ ਹੈ ਆਦਮ ਪਦ ਤੇ ਆਪਾ ਵਾਰ ਕੇ ਨਿੱਜ ਸੁੱਖਾਂ ਦਾ ਤਿਆਗ ਕਰਕੇ ਸ੍ਰਿਸ਼ਟੀ ਦੇ ਉਦਾਰ ਲਈ ਜੁਟ ਜਾਣਾ। ਸਭ ਚੋਣ ਹਰ ਨਤੀਜੇ ਤੋਂ ਬੇਪਰਵਾਹ ਹੋ ਕੇ ਕੀਤੀ ਜਾਂਦੀ ਸੀ ਅਤੇ ਗੁਰਗੱਦੀ ਉਸੇ ਨੂੰ ਹੀ ਮਿਲਦੀ ਸੀ ਜੋ ਅਧਿਕਾਰੀ ਹੈ। ਇਹ ਰੂਹਾਨੀ ਕਮਾਲ ਸੀ। ਗੁਰੂ ਪਾਤਸ਼ਾਹ ਇਹ ਹੀ ਪੂਰਨੇ ਪਾ ਰਹੇ ਸਨ ਜੋ ਕਿ ਸੱਚ ਨੂੰ ਕਿਸੇ ਲਾਭ ਹਿੱਤ ਦਬਾ ਦਿੰਦਾ ਹੈ। ਉਹ ਗੁਰੂ ਘਰ ਪ੍ਰਵਾਨ ਨਹੀਂ। ਐਸਾ ਪੁਰਸ਼ ਦੇਖਣ ਨੂੰ ਕਿਤਨਾ ਸਿਆਣਾ ਲੱਗੇ, ਸੱਚ ਦੀ ਨੀਂਹ ਤੇ ਖੜਾ ਸਤਸੰਗ ਦਾ ਆਗੂ ਨਹੀਂ ਹੋ ਸਕਦਾ। ਇੱਕ ਹੋਰ ਪੱਖੋਂ ਦੇਖੋ, ਗੁਰੂ ਦਾਤਾ ਗੁਰ ਹਿਵੇ ਘਰ, ਗੁਰੂ ਦੀਪਕ ਤਰੈ ਲੋਏ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ ਹਨ। ਦੀਵੇ ਨਾਲ ਦੀਵਾ ਜਗਦਾ ਰਿਹਾ, ਜੋਤ ਵਿੱਚ ਜੋਤ ਸਮਾਉਂਦੀ ਰਹੀ। ਬਾਬਾ ਰਾਮ ਰਾਏ ਅਤੇ ਗੁਰੂ ਹਰਿਕ੍ਰਿਸ਼ਨ ਜੀ ਇੱਕੋ ਮਾਂ ਦੇ ਜਾਏ ਸਨ। ਗੁਰੂ ਪਿਤਾ ਵੀ ਇੱਕ ਹੈ, ਪਰ ਰਾਮ ਰਾਏ ਮਦਮਤਾ, ਅਹੰਕਾਰੀ, ਅਰਥ ਲੋਭ ਕੇ ਵਸੀ ਹੈ। ਹਿਊਮੇ ਦਾ ਪੁਤਲਾ ਹੈ, ਹਿਰਦਾ ਖਾਲੀ ਅਤੇ ਡੂੰਘੇ ਟੋਏ ਸਮਾਨ ਹੈ। ਗੁਰੂ ਹਰਿਕ੍ਰਿਸ਼ਨ ਜੀ ਬਰਫ਼ ਦਾ ਘਰ, ਭਰੇ ਭਰੇ ਵਿਸ਼ਾਲ ਚਿੱਤ, ਗਹਿਰ ਗੰਭੀਰ ਹਨ। ਗੁਰੂ ਜੋਤ ਸੂਰਜ ਦੀਆਂ ਕਿਰਨਾਂ ਦੋਵਾਂ ਤੇ ਹੀ ਪਈਆਂ। ਜਦ ਖਾਲੀ ਹਿਰਦੇ ਤੇ ਡੂੰਘੇ ਟੋਏ ਤੇ ਪਈਆਂ ਤਾਂ ਉਹਨਾਂ ਰੌਸ਼ਨੀ ਵਾਪਸ ਕੀ ਕਰਨੀ ਸੀ, ਵਿੱਚੇ ਹੀ ਰੋਲ ਪੁਲ ਗਈਆਂ। ਪਰ ਜਦ ਉਹ ਹੀ ਕਿਰਨਾਂ ਬਰਫ਼ ਦੇ ਘਰ ਅਤੇ ਭਰੇ ਭਰੇ ਮਨ ਤੇ ਪਈਆਂ ਤਾਂ ਜਗਮਗਾ ਉੱਠੀ। ਸਸ ਘਰ ਸੂਰ ਸਮਾਇਆ, ਸ਼ੀਤਲ ਮਨ ਉਜਲਾ ਚਿਹਰਾ
ਹੋਇਆ ਅਤੇ ਚਮਕ ਅਤੇ ਸ਼ਾਂਤੀ ਸੰਸਾਰ ਨੂੰ ਮਿਲੀ। ਇਹ ਵੀ ਯਾਦ ਰਵੇ ਕਿ ਚੰਨ ਕੋਲ ਆਪਣੀ ਰੌਸ਼ਨੀ ਨਹੀਂ ਹੈ, ਉਹ ਸੂਰਜ ਕੋਲੋਂ ਹੀ ਲੈਂਦਾ ਹੈ। ਹਰੀ ਨੇ ਜੋਤ ਗੁਰੂ ਨਾਨਕ ਵਿੱਚ ਧਰੀ ਅਤੇ ਇਸੇ ਤਰ੍ਹਾਂ ਸਭ ਪਾਤਸ਼ਾਹੀਆਂ ਵਿੱਚ ਰੱਖੀ ਗਈ। ਕਲਗੀਧਰ ਦੇ ਬਚਨ ਗੁਰੂ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ ਤਾਂ ਬਹੁਤ ਹੀ ਭਾਵਪੂਰਤ ਹਨ। ਫਰਕ ਦੇਖੋ, ਹੁਕਮ ਹੋਇਆ ਸੀ ਜੋ ਰਾਮ ਰਾਏ ਦੇ ਮੱਥੇ ਲੱਗੇਗਾ ਉਹ ਮੇਰਾ ਸਿੱਖ ਨਹੀਂ, ਅਤੇ ਦੂਜੇ ਪਾਸੇ ਗੁਰੂ ਹਰਿਕ੍ਰਿਸ਼ਨ ਨੂੰ ਦੇਖਿਆ ਸਭ ਦੁੱਖ ਨਾਸ਼ ਹੋ ਜਾਣਗੇ। ਗੁਰੂ ਹਰ ਰਾਏ ਨੇ ਸਭ ਜੁੜੀਆਂ ਸੰਗਤਾਂ ਨੂੰ ਚੇਤਾਵਨੀ ਦਿੱਤੀ ਕਿ ਇਹ ਲੋਕ ਆਪੋ ਧਾਪੀ ਪਾਉਣਗੇ, ਆਪਾ ਜਤਾਉਣਗੇ, ਸਿੱਖੀ ਦੇ ਸਮੁੱਚੇ ਜਹਾਜ਼ ਨੂੰ ਫੋੜਨ ਤੋੜਨ ਅਤੇ ਛੇਕ ਕਰਨ ਦੀ ਕੋਸ਼ਿਸ਼ ਕਰਨਗੇ, ਪਖੰਡ ਰਚਾਉਣਗੇ, ਕਾਚੇ ਪਾਕੇ ਗੁਰੂ ਬਣ ਬੈਠਣਗੇ, ਸਿੱਧੀਆਂ ਅਤੇ ਚਮਤਕਾਰ ਵੀ ਦਿਖਲਾਉਣਗੇ, ਪਰ ਤੁਸੀਂ ਦ੍ਰਿੜ ਚਿੱਤ ਰਹਿਣਾ। ਗੁਰੂ ਕੋਈ ਸਰੀਰ ਨਹੀਂ ਹੈ, ਜੋਤ ਹੈ, ਅਨੁਭਵ ਹੈ, ਅਤੇ ਉਹ ਅਨੁਭਵ ਗੁਰਬਾਣੀ ਵਿੱਚ ਹੈ। ਗੁਰ ਅਨਬੇ ਵਿੱਚ ਬਾਣੀ ਰੂਪ, ਬਾਣੀ ਹੀ ਤ੍ਰਿਸ਼ਨਾ ਨੂੰ ਮਾਰਨ ਯੋਗ ਹੈ, ਦੁੱਖਾਂ ਨੂੰ ਇਹ ਦੂਰ ਕਰਨ ਵਾਲੀ ਹੈ, ਗਿਆਨ ਪ੍ਰਕਾਸ਼ ਕਰਨ ਵਾਲੀ ਵੀ ਇਹ ਹੀ ਜੋਤੀ ਹੈ। ਗੁਰਬਾਣੀ ਦਾ ਅਦਬ ਰੱਖਿਆ, ਭੈ ਰੱਖਿਆ, ਸਭ ਗੁਣ ਪ੍ਰਾਪਤ ਹੋ ਜਾਣਗੇ। ਇਹ ਇੱਕ ਛੋਟੀ ਜਿਹੀ ਸੰਗਲੀ ਹੈ, ਕਾਰਨ ਤੇ ਕਾਰਜ ਦੀ। ਭੈ ਬਿਨਾਂ ਭਗਤੀ ਨਹੀਂ, ਭਗਤੀ ਬਿਨਾਂ ਗਿਆਨ ਨਹੀਂ, ਗਿਆਨ ਬਿਨਾਂ ਮੁਕਤੀ ਨਹੀਂ, ਮੁਕਤੀ ਬਿਨਾਂ ਆਨੰਦ ਨਹੀਂ। ਅੰਤਮ ਉਪਦੇਸ਼ ਸੀ ਕਿ ਪੰਗਤ ਵਿੱਚ ਅਤੇ ਸੰਗਤ ਵਿੱਚ ਮਨ ਨੀਵਾਂ ਕਰਕੇ ਬੈਠਣਾ। ਗੁਰੂ ਨਾਨਕ ਦੇਵ ਜੀ ਦਾ ਫਰਮਾਨ ਯਾਦ ਕਰਾਇਆ ਕਿ ਨੀਵੇਂ ਰਹਿਣਾ, ਨਿਮਰਤਾ ਰੱਖਣੀ ਹੀ ਆਪਣੇ ਆਪ ਵਿੱਚ ਮਿਠਾਸ ਹੈ। ਸਾਰੇ ਗੁਣਾਂ ਚੰਗਿਆਈਆਂ ਦਾ ਤੱਤ ਸਾਰ ਹੈ, ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸਾਰੇ ਪਾਸਿਓਂ ਸੰਗਤਾਂ ਦੇ ਆਉਣ ਨਾਲ ਕੀਰਤਪੁਰ ਅਥਾਹ ਇਕੱਠ ਹੋ ਗਿਆ। ਆਸਾ ਦੀ ਵਾਰ ਦੇ ਕੀਰਤਨ ਉਪਰੰਤ ਆਪ ਜੀ ਨੇ ਆਪਣੇ ਤੇ ਚੌਰ ਕਰਨ ਵਾਲੇ ਨੂੰ ਹੁਕਮ ਦਿੱਤਾ ਕਿ ਇਹ ਹੁਣ ਗੁਰੂ ਹਰਿਕ੍ਰਿਸ਼ਨ ਜੀ ਤੇ ਕਰੋ। ਆਪ ਸਿੰਘਾਸਣ ਤੋਂ ਉੱਠੇ ਅਤੇ ਆਪਣੀ ਥਾਂ ਟਿਕਾ 3 ਪਰਿਕਰਮਾਵਾਂ ਕੀਤੀਆਂ, ਸ਼ਬਦ ਦੀ ਥਾਪਣਾ ਦਿੱਤੀ ਅਤੇ ਫਿਰ ਹੁਕਮ ਕੀਤਾ, ਸਾਡੇ ਸਮਾਨ ਹੀ ਗੁਰੂ ਹਰਿਕ੍ਰਿਸ਼ਨ ਜੀ ਹਨ, ਲੋਕ ਪਰਲੋਕ ਇਹ ਹੀ ਮਾਲਕ ਹਨ, ਇਹਨਾਂ ਪਾਸ ਹੀ ਮੁਕਤੀ ਦੀ ਕੁੰਜੀ ਹੈ, ਜਗ ਗੁਰਤਾ ਅਬ ਇਹਨਾਂ ਹੀ ਪਾਸ ਹੈ। ਜਿਸ ਕਿਸੇ ਨੇ ਸ਼ਰਧਾ ਧਾਰੀ ਉਸ ਨੂੰ ਸਭ ਫਲ ਪ੍ਰਾਪਤ ਹੋਣਗੇ। ਮਾਲਕ ਲੋਕ ਪਰਲੋਕ ਕੇਰਾ, ਫਲ ਪ੍ਰਾਪਤ ਜਹ ਭਾਉ ਕਨੇਰਾ। ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੂੰ ਗੁਰਗੱਦੀ ਸਮਰਪਣ ਦੀ ਮਰਿਆਦਾ ਨਿਭਾਉਣ ਲਈ ਕਿਹਾ। ਸੰਗਤਾਂ ਨੇ ਸਿਰ ਨਿਵਾਇਆ ਅਤੇ ਫੌਜਾਂ ਨੇ ਬੰਦੂਕਾਂ ਚਲਾ ਕੇ ਸਲਾਮੀ ਦਿੱਤੀ। ਭਈ ਬੰਦੂਖਣ, ਸ਼ਲਖ ਪ੍ਰਚੰਡਾ ਅਤੇ ਖਾਸ ਕਰ ਨਗਾਰੇ ਵਜਾ ਕੇ ਧੁਨੀ ਕੱਢੀ ਗਈ। ਨਗਾਰਾ ਵੱਜਣਾ ਅਤੇ ਵਜਾਉਣਾ ਸੁਤੰਤਰਤਾ ਦਾ ਚਿੰਨ੍ਹ ਹੀ ਹੈ। ਗੁਰੂ ਘਰ ਧੌਂਸੇ ਤੁੰਕਾਰੇ ਸੁਣ ਔਰੰਗਜ਼ੇਬ ਕਿਵੇਂ ਸਹਾਰ ਸਕਦਾ ਸੀ। ਇਸੇ ਔਰੰਗਜ਼ੇਬ ਨੇ ਆਪਣੇ ਬੇਟੇ ਮੁਅੱਜ਼ਮ ਨੂੰ ਉਸੇ ਸਮੇਂ ਸਖਤ ਤਾੜਨਾ ਭੇਜੀ ਸੀ ਜਦ ਉਸਨੇ ਕਾਬਲ ਦੀ ਨਵਾਬੀ ਸੰਭਾਲਦਿਆਂ ਨਗਾਰੇ ਵਜਵਾਏ ਸਨ। ਔਰੰਗਜ਼ੇਬ ਨੇ ਲਿਖਿਆ ਸੀ, ਤੈਨੂੰ ਅਜੇ 4 ਢੋਲ ਹੀ ਵਜਾਉਣੇ ਚਾਹੀਦੇ ਹਨ, ਜਦ ਅੱਲਾ ਤੈਨੂੰ ਤਖਤ ਨਸ਼ੀ ਕਰੇਗਾ ਤਾਂ ਬੇਸ਼ੱਕ ਨਗਾਰੇ ਵਜਵਾਈ। ਇਹ ਝੰਡੇ, ਨਗਾਰੇ, ਸਲਾਮੀਆਂ, ਦੀਵਾਨ ਅਤੇ ਸੰਗਤਾਂ ਦੇ ਇਕੱਠ ਔਰੰਗਜ਼ੇਬ ਨੂੰ ਕਿਵੇਂ ਭਾ ਸਕਦੇ ਸਨ। ਉੱਧਰ ਰਾਮ ਰਾਏ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਸੌਂਪਣ ਦੀ ਖਬਰ ਪੁੱਜੀ ਤਾਂ ਗਿਰਿਓ ਮੂਰਛਾ ਖਾਏ। ਗੁਰਗੱਦੀ ਦੇਣ ਉਪਰੰਤ ਗੁਰੂ ਹਰਿ ਰਾਏ ਜੀ ਬਹੁਤ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਸੁਣਨ ਵਿੱਚ ਹੀ ਬਤੀਤ ਕਰਦੇ ਸਨ। ਸਰੀਰ ਛੱਡਣ ਦਾ ਆਪ ਜੀ ਨੇ ਨਿਰਣਾ ਲੈ ਲਿਆ। ਆਪ ਜੀ ਪਾਠ ਪਏ ਸੁਣਦੇ ਸਨ ਅਤੇ ਸੰਗਤਾਂ ਟਿਕਟਿਕੀ ਲਗਾ ਕੇ ਆਪ ਜੀ ਦੇ ਦੀਦਾਰੇ ਕਰ ਰਹੀਆਂ ਸਨ। ਆਪ ਜੀ ਨੇ ਅੰਤਿਮ ਬਚਨ ਕਹੇ ਕਿ ਗੁਰੂ ਸਰੀਰ ਨਹੀਂ, ਜੋਤ ਹੈ। ਜਿਵੇਂ ਬੱਦਲਾਂ ਆਪਣਾ ਸਰੀਰ ਧਾਰ ਕੇ ਜਲ ਦੀ ਵਰਖਾ ਕਰਦਾ ਹੈ, ਠੰਡ ਵਰਤਾਉਂਦਾ ਹੈ, ਤਪਤ ਹਟਾਉਂਦਾ ਹੈ, ਖੇਤੀਆਂ ਦੀ ਪਾਲਣਾ ਕਰਦਾ ਹੈ ਅਤੇ ਫਿਰ ਸਾਗਰ ਵਿੱਚ ਹੀ ਲੀਨ ਹੋ ਜਾਂਦਾ ਹੈ, ਗੁਰੂ ਵੀ ਮੇਘ ਦੀ ਨਿਆਈ ਹੈ, ਸਰੀਰਾਂ ਬਿਨਸਨਾ ਹੈ, ਅੱਜ ਕੀ ਤੇ ਕੱਲ੍ਹ ਕੀ। ਗੁਰੂ ਜੋਤ ਸਦਾ ਕਾਇਮ ਹੈ, ਹੁਣ ਇਹ ਗੁਰੂ ਹਰਿਕ੍ਰਿਸ਼ਨ ਜੀ ਵਿੱਚ ਹੈ। ਇਤਨਾ ਆਖ ਕੇ ਆਪ ਜੀ ਨੇ ਅੱਖਾਂ ਮੂੰਦ ਲਈਆਂ ਅਤੇ ਉੱਥੇ ਹੀ ਬਰਾਜ ਗਏ ਜਿੱਥੇ ਬੈਠਿਆਂ ਪਾਠ ਸੁਣ ਰਹੇ ਸਨ। ਚਿਹਰੇ ਦੀ ਛੱਬ ਝੱਲੀ ਨਹੀਂ ਸੀ ਜਾਂਦੀ। ਚਿੱਤ ਬਿਰਤੀ ਨੂੰ ਰੋਕਿਆ। ਦੇਖਦੇ ਹੀ ਦੇਖਦੇ ਇੰਝ ਅਭੇਦ ਹੋ ਗਏ ਜਿਵੇਂ ਜਲ ਵਿੱਚ ਜਲ ਸਮਾਉਂਦਾ ਹੈ। ਉੱਧਰ ਕੀਰਤਨ ਆਰੰਭ ਹੋ ਗਏ। ਸੰਗਤਾਂ ਜਿੱਥੇ ਕਿਤੇ ਬੈਠੀਆਂ ਜਾਂ ਆਰਾਮ ਕਰ ਰਹੀਆਂ ਸਨ, ਗੁਰੂ ਦਰਸ਼ਨਾਂ ਨੂੰ ਆ ਪੁੱਜੀਆਂ। ਲੋਕੀ ਹਰਿ ਰਾਏ ਜੀ ਦੇ ਗੁਣ ਗਾ ਰਹੇ ਸਨ ਕਿ ਉਹਨਾਂ ਵਿੱਚ ਕ੍ਰੋਧ ਲੈਸ ਮਾਤਰ ਵੀ ਨਹੀਂ ਸੀ। ਰਿਦਾ ਏਕ ਰਸ ਪਰਮ ਪੁਨੀਤ, ਸਤ ਚੇਤਨ ਆਨੰਦ ਸੁਚੀਤ। ਸੱਚ ਨੂੰ ਸਦਾ ਉੱਚਾ ਰੱਖਿਆ, ਸ਼ਾਹਾਂ ਤੋਂ ਬੇਪਰਵਾਹ ਵਿਚਰੇ। ਇੱਥੋਂ ਤੱਕ ਕਿ ਆਪਣੇ ਹੀ ਬੇਟੇ ਦੇ ਨਵੇਂ ਬਣੇ ਰਸੂਖ ਤੋਂ ਵੀ ਭੈ ਨਾ ਖਾਧਾ ਅਤੇ ਨਾ ਹੀ ਮੋਹ ਮਮਤਾ ਉਹਨਾਂ ਨੂੰ ਗ੍ਰਸ ਸਕੀ। ਉਹ ਨਿਰਭਉ ਨਿਰਵੈਰ ਸਨ। ਚੰਦਨ ਦੀ ਚਿਖਾ ਤੇ ਮਹਾਰਾਜ ਦੇ ਪਾਵਨ ਸਰੀਰ ਨੂੰ ਅਗਨ ਭੇਟ ਕੀਤਾ ਗਿਆ।
ਸੰਗਤਾਂ ਦੇ ਕੰਠ ਰੂੰਦੇ ਹੋਏ ਸਨ। ਕੁਝ ਕੁ ਦੀਆਂ ਸਿਸਕੀਆਂ ਦੀ ਆਵਾਜ਼ ਵੀ ਆ ਰਹੀ ਸੀ। ਗੁਰੂ ਹਰਿਕ੍ਰਿਸ਼ਨ ਜੀ ਨੇ ਸਭ ਨੂੰ ਧੀਰਜ ਦਿੱਤਾ। ਗੁਰਬਾਣੀ ਦੀਆਂ ਤੁਕਾਂ ਰਾਹੀਂ ਸਰੀਰ ਦੀ ਨਾਸ਼ਵਾਨਤਾ ਦੱਸੀ। ਫਰਮਾਇਆ, ਜਿਵੇਂ ਸਰੀਰਾਂ 'ਤੇ ਪਹਿਨੇ ਹੋਏ ਕੱਪੜੇ ਥੋੜ੍ਹੇ ਦਿਨ ਵਿੱਚ ਹੀ ਹੰਢ ਜਾਂਦੇ ਹਨ, ਇਸੇ ਤਰ੍ਹਾਂ ਇਹ ਸਰੀਰ ਵੀ ਜੀਰਣ ਹੋ ਜਾਣਾ ਹੈ। ਜੈਸੇ ਬਸਤਰ ਦੇਹ ਉਡਾਣੇ, ਦਿਨ ਦੋਏ ਚਾਰ ਪੁਰਾਹਾ। ਫਿਰ ਕਿਹਾ, ਕੰਧ 'ਤੇ ਕੋਈ ਕਿਤਨੀ ਕੁ ਦੌੜ ਲਗਾ ਸਕਦਾ ਹੈ? ਕੰਧ ਦਾ ਸਿਰਾ ਤੱਕ ਹੀ ਰਾਹ ਹੀ ਜਾਣਾ ਹੈ। ਉਮਰ 'ਤੇ ਕੋਈ ਕਿਤਨੀ ਕੁ ਆਸ ਕਰੇ? ਇਸ ਨੇ ਮੁੱਕ ਜਾਣਾ ਹੈ। ਸਾਨੂੰ ਗੁਰੂ ਪਾਤਸ਼ਾਹ ਸਮਝਾ ਗਏ ਹਨ ਕਿ ਸਰੀਰਾਂ ਦਾ ਸਾਥ ਥੋੜ੍ਹਾ ਚਿਰ ਹੈ, ਰਹਿੰਦਾ ਨਾਮ ਹੈ, ਕਰਨੀ ਹੈ ਸੱਚ ਹੈ। ਕਰਨ ਕਾਰਨ ਸਭ ਦੇ ਸਿਰ 'ਤੇ ਮੌਜੂਦ ਹੈ। ਕਰਨ ਕਾਰਨ ਸਭ ਸਿਰ ਤੋਂ ਹੀ। ਗੁਰੂ ਹਰਿ ਰਾਏ ਜੀ 6 ਅਕਤੂਬਰ 1661 ਨੂੰ ਜੋਤੀ ਜੋਤ ਸਮਾਏ ਸਨ। ਤੀਜੇ ਦਿਨ ਜਦ ਚਿਖਾ ਠੰਡੀ ਹੋਈ ਅਤੇ ਫੁੱਲ ਚੁਗਣ ਲੱਗੇ ਤਾਂ ਸਭ ਹੈਰਾਨ ਹੋਏ ਕਿ ਫੁੱਲ ਹੈ ਹੀ ਨਹੀਂ ਸਨ। ਗੁਰੂ ਸਰੀਰ ਨਹੀਂ, ਜੋਤ ਹੈ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਕਾਸ਼ਟ ਜਰੇ ਭਸਮ ਤਿਸ ਥਾਵਾਂ, ਬੀਨਤ ਫੁੱਲ ਨਹੀਂ ਕੁਛ ਪਾਵਾਂ। ਉਧਰ ਹੁਣ ਸਭ ਸੰਗਤਾਂ ਇਹ ਆਖ ਰਹੀਆਂ ਸਨ ਕਿ ਗੁਰੂ ਹਰਿਕ੍ਰਿਸ਼ਨ ਜੀ ਬੜੇ ਰਸ ਵਾਲੇ ਬ੍ਰਹਮ ਗਿਆਨੀ ਹਨ, ਜਿਵੇਂ ਸਹਿਜੇ ਹੀ ਉਹਨਾਂ ਗੁਰਤਾ ਦਾ ਭਾਰ ਉਠਾ ਲਿਆ ਹੈ। ਇਹ ਇਹਨਾਂ ਨੂੰ ਹੀ ਬਣ ਆਉਂਦਾ ਹੈ। ਸੰਗਤਾਂ ਨੂੰ ਧੀਰਜ ਦੇ ਕੇ ਜਿਵੇਂ ਤਸੱਲੀਦਾਨ ਦਿੱਤਾ ਹੈ, ਇਹ ਇਹਨਾਂ ਦਾ ਹੀ ਕਾਰਜ ਹੈ। ਸ਼ਬਦ ਬੋਲ ਕੇ, ਬਚਨ ਅਲਾ ਕੇ, ਬੁੱਧੀ ਵਿਖੇ ਸਤਨਾਮ ਦਾ ਪ੍ਰੇਮ ਲਗਾ ਦਿੰਦੇ ਹਨ। ਉਹਨਾਂ ਦੋਖੀਆਂ ਨੂੰ ਜੋ ਚਾਲਾਂ ਚੱਲ ਰਹੇ ਸਨ ਅਤੇ ਉਸ ਸਮੇਂ ਖਰੂਦ ਪਾਉਣ ਅਤੇ ਤੁਲੇ ਹੋਏ ਸਨ, ਐਸੇ ਮਿੱਠੇ ਬਚਨ ਸੁਣਾਏ ਕਿ ਸਭ ਧੰਨ ਗੁਰੂ ਹਰਿਕ੍ਰਿਸ਼ਨ ਕਹਿਣ ਲੱਗੇ। ਵਿਕਾਰੀਆਂ ਦੇ ਮਨਾਂ ਵਿੱਚੋਂ ਵਿਕਾਰ ਕੱਢ ਦਿੱਤੇ। ਬਾਬਾ ਧੀਰ ਮੱਲ ਅਤੇ ਰਾਮ ਰਾਏ ਜੀ ਈਰਖਾ ਦੀ ਅੱਗ ਵਿੱਚ ਜਲ ਰਹੇ ਸਨ, ਪਰ ਇਹਨਾਂ ਨਾਮ ਜਲ ਦੇ ਛੱਟੇ ਮਾਰ ਕੇ ਈਰਖਾ ਨੂੰ ਵਧਣ ਤੋਂ ਰੋਕਿਆ। ਅੱਜ ਅਸੀਂ ਅਸ਼ਟਮ ਬਲਬੀਰਾ ਜੀਵਨੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਕਿਤਾਬ ਦੇ 58 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।